ਅਸੀਂ ਆਪਣੀ ਫੈਮਿਲੀ ਲਾਈਫ ਇੰਜੋਏ ਕਰ ਸਕਦੇ ਤੇ ਹੋਰ ਵੀ ਕਰ ਸਕਦੇ ਹਾਂ। ਸਿਰਫ ਇੱਕੋ ਹੀ ਹੈ, ਉਹਦੇ ਲਈ ਸਾਨੂੰ ਆਪਣੇ ਪੈਰਾਂ ਤੇ ਖੜਾ ਹੋਣਾ ਜ਼ਰੂਰੀ ਹੈ। ਪੈਰਾਂ ਤੇ ਖੜਾ ਹੋਣ ਲਈ ਅੱਜ ਕੋਈ ਦਿੱਕਤਾਂ ਨਹੀਂ, ਅੱਜ ਬਹੁਤ ਅਪਰਚੁਨਿਟੀਜ਼ ਹੈ। ਮੈਂ ਕਹਿੰਦੀ ਹਾਂ ਕਈ ਵਾਰ ਕਿ ਮੇਰਾ ਜਨਮ ਅੱਜ ਹੁੰਦਾ ਹੁਣ ਤੇ ਪੜ੍ਹਾਈ ਲਿਖਾਈ ਕਰਨਾ ਸਾਨੂੰ ਬਹੁਤ ਆਸਾਨ ਹੁੰਦਾ, ਕਿੱਥੇ ਅਸੀਂ ਕੈਸੇਟਾਂ ਨਾਲ ਕੀਤੀਆਂ ਜੀ। ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਦੋਸਤੋ, ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਹੜੇ ਜ਼ਿੰਦਗੀ ਤੋਂ ਹਾਰ ਮੰਨ ਕੇ ਕਈ ਵਾਰ ਖੁਦਕੁਸ਼ੀ ਦੇ ਰਾਹ ਤੁਰ ਪੈਂਦੇ ਨੇ, ਪਰ ਅੱਜ ਜਿਸ ਜੋੜੇ ਦੇ ਨਾਲ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਹਾਂ, ਉਹਨਾਂ ਨੇ ਨਾ ਸਿਰਫ ਜ਼ਿੰਦਗੀ ਨੂੰ ਸਰ ਕੀਤਾ ਬਲਕਿ ਸਾਡੇ ਲਈ ਤੁਹਾਡੇ ਲਈ ਮਿਸਾਲ ਵੀ ਬਣੇ ਨੇ। ਮੇਰੇ ਨਾਲ ਡਾਕਟਰ ਸਾਗਰ ਜੀ ਨੇ ਔਰ ਉਹਨਾਂ ਦੇ ਨਾਲ ਉਹਨਾਂ ਦੇ ਮਿਸਿਸ ਨੇ। ਖਾਸ ਗੱਲ ਇਹ ਹੈ ਕਿ ਪਰਮਾਤਮਾ ਦੇ ਵੱਲੋਂ ਇਹਨਾਂ ਨੂੰ ਅੱਖਾਂ ਦੀ ਲੋਅ ਹੈ ਜਿਹੜੀ ਉਹ ਨਹੀਂ ਬਖਸ਼ਿਸ਼ ਕੀਤੀ, ਪਰ ਇਹਨਾਂ ਦੇ ਵੱਲੋਂ ਜਿਹੜਾ ਗੁਰੂ ਸਾਹਿਬਾਂ ਦੇ ਵੱਲੋਂ ਫਰਮਾਨ ਕੀਤਾ ਗਿਆ ਵੀ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ, ਬਰਾਬਰਤਾ ਦੇ ਅਧਿਕਾਰ ਦੇ ਲਈ ਲਗਾਤਾਰ ਯਤਨ ਕਰ ਰਹੇ ਨੇ, ਲਗਾਤਾਰ ਉਪਰਾਲੇ ਕਰ ਰਹੇ ਨੇ। ਸੋ ਮਿਊਜ਼ਿਕ ਦੇ ਟੀਚਰ ਨੇ। ਇਹਨਾਂ ਤੋਂ ਸਭ ਤੋਂ ਪਹਿਲਾਂ ਆਪਾਂ ਇੱਕ ਸ਼ਬਦ ਹੀ ਸਰਵਣ ਕਰਾਂਗੇ। ਸਰ, ਆਪਾਂ ਚਾਹੁੰਦੇ ਹਾਂ ਵੀ ਸਾਡੇ ਦਰਸ਼ਕਾਂ ਨੂੰ ਜਿਹੜਾ ਇਸ ਇੰਟਰਵਿਊ ਦੀ ਸ਼ੁਰੂਆਤ ਹੈ ਉਹ ਇੱਕ ਸ਼ਬਦ ਦੇ ਨਾਲ ਕਰੀਏ। ਜ਼ਰੂਰ ਜੀ। ਅਬਲ ਅੱਲਾ ਨੂਰ ਉਪਾਇਆ, ਨੂਰ ਉਪਾਇਆ, ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਮਾਨਸ ਕੀ ਜਾਤ ਸਭ ਹੈ एक पहचान वो, मानस की जात सब है एक पहचान वो, एक पहचान वो, एक पहचान वो, एक पहचान वो, एक पहचान वो। हिंदू तुरक को, हिंदू तुरक को, राफजी इमाम शाफी, राफजी इमाम शाफी, मानस की जात सब है एक पहचान वो, मानस की जात सब है एक पहचान वो, एक पहचान वो, एक पहचान वो। ਬਹੁਤ ਖੂਬ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇ ਪਾਤਰ ਸਮਝਦਾ ਹਾਂ। ਗੁਰੂ ਬਖਸ਼ਿਸ਼ ਜਿਹੜੀ ਹੈ ਤੁਹਾਨੂੰ ਸੰਗੀਤ ਦੀ ਹੋਈ ਹੈ, ਉਸ ਦੇ ਨਾਲ ਤੁਸੀਂ ਜ਼ਿੰਦਗੀ ਨੂੰ ਜਿਸ ਤਰੀਕੇ ਦੇ ਨਾਲ ਸਰ ਕੀਤਾ ਹੈ, ਜ਼ਿੰਦਗੀ ਜਿੱਤੀ ਹੈ। ਮੈਨੂੰ ਲੱਗਦਾ ਅੱਜ ਜਿਹੜੇ ਦਰਸ਼ਕ ਤੁਹਾਨੂੰ ਦੇਖਣਗੇ, ਜਿਹਨੇ ਨਿਰਾਸ਼ ਹੋਣਗੇ ਜ਼ਿੰਦਗੀ ਤੋਂ, ਛੋਟੀਆਂ ਮੋਟੀਆਂ ਗੱਲਾਂ ਕਰਕੇ ਕਈ ਵਾਰ ਮੋਰਲ ਡਾਊਨ ਕਰ ਲੈਂਦੇ ਨੇ, ਉਹਨਾਂ ਦੇ ਲਈ ਵੀ ਮੈਨੂੰ ਲੱਗਦਾ ਵੱਡੀ ਮਿਸਾਲ ਬਣੋਗੇ। ਸਵਾਗਤ ਹੈ ਤੁਹਾਡਾ ਹਮਦਰਦ ਟੀਵੀ ਦੇ ਉੱਤੇ। ਪਹਿਲਾਂ ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਮੇਰਾ ਇਹ, ਅੱਜ ਤੁਸੀਂ HMB ਕਾਲਜ ਜਲੰਧਰ ਦੇ ਵਿੱਚ ਬਤੌਰ ਮਿਊਜ਼ਿਕ ਦੇ ਟੀਚਰ ਜਿਹੜੀ ਹੈ ਉਹ ਸੇਵਾਵਾਂ ਨਿਭਾ ਰਹੇ ਹੋ, PhD ਕਰ ਚੁੱਕੇ ਹੋ, ਪਰ ਬੜੇ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਅੱਖਾਂ ਦੀ ਲੋਅ ਹੁੰਦੀ ਹੈ, ਪਰ ਉਹਨਾਂ ਦੇ ਅੰਦਰ ਦੀ ਲੋਅ ਜਿਹੜੀ ਉਹ ਨਹੀਂ ਜਗਦੀ, ਜ਼ਿੰਦਗੀ ਤੋਂ ਹਾਰ ਜਾਂਦੇ ਨੇ। ਤੁਹਾਡੀ ਜ਼ਿੰਦਗੀ ਦੇ ਬਾਰੇ ਮੈਂ ਸਭ ਤੋਂ ਪਹਿਲਾਂ ਜਾਣਨਾ ਚਾਹੂੰਗਾ ਵੀ ਤੁਹਾਡੀ ਜ਼ਿੰਦਗੀ ਕਿਵੇਂ ਚੱਲੀ, ਕਿ ਕਿਹੜੀਆਂ ਜਿਹੜੀਆਂ ਦਿੱਕਤਾਂ ਤੁਹਾਨੂੰ ਪੇਸ਼ ਆਈਆਂ ਔਰ ਇਸ ਮੁਕਾਮ ਤੱਕ ਕਿਵੇਂ ਪਹੁੰਚੇ ਤੁਸੀਂ? ਜੀ, ਇਹਦਾ ਸਭ ਤੋਂ ਵੱਡਾ ਸਿਹਰਾ ਮਾਤਾ ਪਿਤਾ ਨੂੰ ਜਾਂਦਾ। ਉਹਨਾਂ ਦਾ ਨਜ਼ਰੀਆ, ਜਦੋਂ ਉਹਨਾਂ ਨੇ ਦੇਖਿਆ ਕਿ ਸਾਡੇ ਬੱਚੇ ਦੀ ਨਜ਼ਰ ਦੀ ਪ੍ਰੋਬਲਮ ਹੈ, ਤਾਂ ਉਹ ਹਿੰਮਤ ਨਹੀਂ ਹਾਰੇ। ਹਾਲਾਂਕਿ ਬਿਲਕੁਲ ਮੇਰੇ ਮਾਤਾ ਪਿਤਾ ਬਹੁਤ ਹੀ ਸਧਾਰਨ ਪਰਿਵਾਰ ਸਾਡਾ ਹੈ, ਬਿਲਕੁਲ ਹੀ ਮੱਧ ਵਰਗੀ ਪਰਿਵਾਰ ਹੈ, ਪਰ ਉਹਨਾਂ ਨੂੰ ਇੰਨੀ ਚੇਤਨਾ ਸੀ, ਜਾਗ੍ਰਿਤੀ ਸੀ। ਉਹਨਾਂ ਨੇ ਜਿੱਦਾਂ ਜਿੱਦਾਂ ਕੋਈ ਗਾਈਡ ਕਰਦਾ ਰਿਹਾ, ਉਹ ਹਿੰਮਤ ਨਾ ਹਾਰ ਕੇ ਮੈਨੂੰ ਪੜ੍ਹਾਉਣ ਲਿਖਾਉਣ ਵਾਲੇ, ਪਹਿਲੇ ਉਹਨਾਂ ਨੇ ਇਲਾਜ ਕਰਨ ਦੀ ਬਹੁਤ ਕੋਸ਼ਿਸ਼ ਕੀਤੀ, ਬਹੁਤ ਦੁਨੀਆ ਜਹਾਨ ਦੇ ਇਲਾਜ ਲੱਭਣ ਦੀ ਕੋਸ਼ਿਸ਼ ਕੀਤੀ ਕਿ ਮੇਰੀ ਰੋਸ਼ਨੀ ਅੱਖਾਂ ਦੀ ਵਾਪਸ ਆ ਜਾਵੇ,
ਪਰ ਜਦੋਂ ਡਾਕਟਰਸ ਨੇ ਕਿਹਾ ਵੀ ਇਹਦੀਆਂ ਨਰਵਸ ਦੀ ਆਪਟਿਕ ਐਟਰੋਫੀ ਮੈਡੀਕਲ ਸਾਇੰਸ ਨੂੰ ਕਹਿੰਦੇ ਆ ਕਿ ਨਰਵਸ ਪੈਰਾਲਾਈਜ਼ਡ ਹੈ, ਇਹਦੇ 'ਚ ਰੋਸ਼ਨੀ ਹੌਲੀ ਹੌਲੀ ਘਟਦੀ ਹੈ। ਇੱਦਾਂ ਬਹੁਤ ਸਾਰੇ ਕੇਸਿਸ ਸਾਡੇ ਸਮਾਜ ਵਿੱਚ ਹੈ। ਇਹਨੂੰ RPV ਕਹਿੰਦੇ ਹੈ, ਰੈਟਨਾਈਟਸ ਪਿਗਮੈਂਟੋਜ਼ਾ ਕਹਿੰਦੇ ਆ ਇਹਨੂੰ। ਤਾਂ ਡਾਕਟਰਸ ਨੇ ਹੌਲੀ ਹੌਲੀ ਕਿਹਾ ਕਿ ਇਹਦੀ ਨਜ਼ਰ ਜਾਂ ਤਾਂ ਹੌਲੀ ਹੌਲੀ ਡਿਵੈਲਪ ਹੋ ਜਾਏਗੀ ਅਤੇ ਜਾਂ ਹੋ ਸਕਦਾ ਘਟਦੀ ਜਾਵੇ, ਤਾਂ ਮੇਰੀ ਘਟਦੀ ਗਈ। ਤਾਂ ਪਰ ਮੇਰੇ ਮਾਂ-ਬਾਪ ਨੇ ਹਿੰਮਤ ਨਹੀਂ ਹਾਰੀ, ਹੌਸਲਾ ਨਹੀਂ ਹਾਰਿਆ। ਜਿੱਦਾਂ ਜਿੱਦਾਂ ਉਹਨਾਂ ਨੂੰ ਕੋਈ ਗਾਈਡ ਕਰਦਾ ਗਿਆ ਉੱਦਾਂ ਦਾ ਮੈਨੂੰ ਪੜ੍ਹਾਉਣ ਵਾਸਤੇ ਤੋਰਤਾ ਉਹਨਾਂ ਨੇ। ਫਿਰ ਘਬਰਾਏ ਨਹੀਂ। ਉਹ ਮੇਨ ਸਿਰਾ ਉਹਨਾਂ ਕੋਲ ਜਾਂਦਾ ਸੁਖਵਿੰਦਰ ਜੀ। ਮੈਂ 6ਵੀਂ ਜਮਾਤ ਤੱਕ ਨਾਰਮਲ ਸਕੂਲ 'ਚ ਪੜ੍ਹਿਆ ਸੀਗਾ ਜੀ। ਔਰ ਇਸ ਤੋਂ ਬਾਅਦ ਫਿਰ ਮੈਂ ਜਦੋਂ ਮੇਰੇ ਉਦੋਂ ਸਾਡੇ ਮਾਹੌਲ ਇਹ ਸੀਗਾ ਵੀ ਜਦੋਂ ਸਕੂਲ 'ਚ ਇਹ ਸਥਿਤੀ ਆ ਗਈ ਕਿ ਮੈਂ ਨਾਰਮਲ ਬੱਚਿਆਂ ਨਾਲ ਨਹੀਂ ਪੜ੍ਹ ਪਾ ਰਿਹਾ, ਕੋਪ ਅਪ ਨਹੀਂ ਕਰ ਪਾ ਰਿਹਾ, ਕਿਉਂਕਿ ਮੈਨੂੰ ਨਜ਼ਰ ਆਉਣਾ ਘਟ ਗਿਆ। ਫਿਰ ਮੈਂ ਗੌਰਮੈਂਟ ਇੰਸਟੀਚਿਊਟ ਫॉर ਬਲਾਈਂਡ ਲੁਧਿਆਣਾ 'ਚ GIB ਕਰਕੇ ਚੰਡੀਗੜ੍ਹ ਰੋਡ 'ਤੇ ਹੈ, ਉੱਥੇ ਫਿਰ ਮੈਂ ਜਾ ਕੇ ਮੈਟ੍ਰਿਕ ਕੀਤੀ। ਮੈਟ੍ਰਿਕ 'ਚ ਬਹੁਤ ਅੱਛੇ ਨੰਬਰ 71% ਮਾਰਕਸ ਲਏ। ਉਸ ਹਿਸਾਬ ਨਾਲ ਅੱਜ ਤਾਂ ਬੱਚੇ ਬਹੁਤ ਮਾਰਕਸ ਲੈਂਦੇ ਆ, ਪਰ 1982-83 ਦੀ ਗੱਲ ਹੈ। ਉਸ ਤੋਂ ਬਾਅਦ ਫਿਰ ਮੈਂ ਆ ਗਿਆ ਨੰਗਲ, ਉੱਥੇ ਮੈਂ ਫਿਰ ਗ੍ਰੈਜੂਏਸ਼ਨ ਕੀਤੀ। ਔਰ ਪਰਮਾਤਮਾ ਦੀ ਐਸੀ ਕਿਰਪਾ ਹੋਈ ਕਿ ਜਿੱਦਾਂ ਹੀ ਮੈਂ ਕਾਲਜ ਐਡਮਿਸ਼ਨ ਲਿਆ, ਪਹਿਲੇ ਸਾਲ ਹੀ ਮੇਰੀ ਯੂਨੀਵਰਸਿਟੀ ਮੈਰਿਟ 'ਚ ਨਾਮ ਆ ਗਿਆ ਔਰ ਲਗਾਤਾਰ ਰਿਹਾ। ਫਿਰ ਉੱਥੇ ਮੈਂ ਗ੍ਰੈਜੂਏਸ਼ਨ ਕੀਤੀ। ਪ੍ਰੋਫੈਸਰ ਪਰਮਹੰਸ ਜੀ ਅਹੂਜਾ ਮੇਰੇ ਮਿਊਜ਼ਿਕ ਦੇ ਗੁਰੂ ਖਾਸ ਉਹਨਾਂ ਦਾ ਮੈਂ ਜ਼ਿਕਰ, ਹੋਰ ਮੇਰੇ ਬੜੇ ਟੀਚਰ ਸਾਹਿਬਾਨ YS ਸੂਦ ਸਾਹਿਬ, ਉਹਨਾਂ ਦੀ ਸਭ ਲੋਕਾਂ ਦੀ ਮਦਦ ਰਹੀ, ਕਪੂਰ ਸਾਹਿਬ। ਔਰ ਇਸ ਤੋਂ ਬਾਅਦ ਫਿਰ ਮੈਂ ਮਿਊਜ਼ਿਕ 'ਚ MA ਕੀਤੀ ਪੰਜਾਬ ਯੂਨੀਵਰਸਿਟੀ ਤੋਂ, ਆਪਣੇ ਪ੍ਰੋਫੈਸਰ ਸਾਹਿਬ ਦੀ ਗਾਈਡੈਂਸ ਵਿੱਚ ਹੀ, ਅਹੂਜਾ ਸਾਹਿਬ ਦੀ ਗਾਈਡੈਂਸ। ਔਰ ਫਿਰ ਮੈਂ MPhil ਕੀਤੀ ਉੱਥੋਂ। ਉਸ ਤੋਂ ਬਾਅਦ UGC ਟੈਸਟ ਕੁਆਲੀਫਾਈ ਕੀਤਾ ਔਰ ਹੰਸਰਾਜ ਮਹਿਲਾ ਮਹਾਵਿਦਿਆਲਾ ਵਿਖੇ ਮੇਰੀ ਸਿਲੈਕਸ਼ਨ ਹੋ ਗਈ। ਇਸ ਤਰ੍ਹਾਂ ਯਾਤਰਾ ਚੱਲਦੀ ਗਈ ਸਰ। ਔਰ ਸਮੇਂ ਦੇ ਨਾਲ ਨਾਲ ਫਿਰ ਮੈਂ PhD ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੰਪਲੀਟ ਕੀਤੀ 2011 'ਚ। ਜਿਸ ਮੁਕਾਮ ਤੇ ਤੁਸੀਂ ਪਹੁੰਚੇ ਹੋ ਵਾਕਿਆ ਹੀ ਕਾਬਿਲੇ ਤਾਰੀਫ ਹੈ ਔਰ ਹਰ ਇਨਸਾਨ ਦੇ ਲਈ ਮੈਨੂੰ ਲੱਗਦਾ ਹੈ ਵੀ ਉਹ ਮਿਸਾਲ ਹੈ। ਮੈਡਮ ਦੀਪਿਕਾ ਸੂਦ ਡਾਕਟਰ ਸਾਹਿਬ ਦੇ ਵਾਈਫ ਵੀ ਨਾਲ ਨੇ। ਉਹਨਾਂ ਨੂੰ ਵੀ ਕੁਦਰਤ ਦੇ ਵੱਲੋਂ ਜਿਹੜੀ ਹੈ ਅੱਖਾਂ ਦੀ ਰੌਸ਼ਨੀ ਤਾਂ ਨਹੀਂ ਹੈ, ਪਰ ਜਿਸ ਰੌਸ਼ਨੀ ਦੇ ਨਾਲ ਬਖਸ਼ਿਸ਼ ਪਰਮਾਤਮਾ ਵੱਲੋਂ ਉਹਨਾਂ ਦੀ ਕੀਤੀ ਗਈ ਹੈ, ਅੱਜ ਉਹ ਅਜਿਹੇ ਬੱਚਿਆਂ ਦੀ ਜ਼ਿੰਦਗੀ ਰੋਸ਼ਨਾ ਰਹੇ ਨੇ। ਇੱਕ ਗੱਲ ਮੈਂ ਹੋਰ ਤੁਹਾਨੂੰ ਇੱਥੇ ਐਡ ਔਨ ਕਰ ਦਿੰਦਾ ਵੀ ਇਹਨਾਂ ਦੇ ਟ੍ਰੇਨਡ ਕੀਤੇ ਹੋਏ ਬੱਚੇ ਅੱਜ ਜੋ ਅੱਖਾਂ ਤੋਂ ਨਹੀਂ ਦੇਖ ਪਾਉਂਦੇ, ਉਹ IAS ਤੱਕ ਜਿਹੜੀ ਹੈ ਉਹ ਕਲੀਅਰ ਕਰ ਚੁੱਕੇ ਨੇ ਔਰ ਟ੍ਰੇਨਿੰਗ ਦੇ ਉੱਤੇ ਨੇ। ਸੋ ਵੱਡਾ ਰਿਕਾਰਡ ਮੈਂ ਕਹਿ ਸਕਦਾ। ਇੱਕ ਬੱਚਾ ਧਰੁਵ ਹੈ ਇਹਨਾਂ ਦਾ, ਉਹ ਕਾਮਰਸ ਵਿੱਚ ਇੱਕ ਨਾਰਮਲ ਸਕੂਲ ਦੇ ਵਿੱਚ ਪੜ੍ਹਿਆ, ਬਹੁਤ ਵਧੀਆ ਮਾਰਕਸ ਲਏ ਉਹਨੇ, ਡਿਵੀਜ਼ਨ ਉਹਦੀ ਸਭ ਤੋਂ ਟੌਪਰ ਰਿਹਾ। ਸੋ ਮੈਮ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਹਮਦਰਦ TV। ਮੈਮ ਮੈਂ ਥੋੜ੍ਹਾ ਜਿਹਾ ਚਾਹੂੰਗਾ ਤੁਸੀਂ ਥੋੜ੍ਹੇ ਜਿਹੇ ਅੱਗੇ ਆ ਜਾਓ। ਸਭ ਤੋਂ ਪਹਿਲਾਂ ਦੀਪਿਕਾ ਮੈਮ ਤੁਹਾਡੇ ਤੋਂ ਜਾਣਨਾ ਚਾਹੂੰਗਾ ਤੁਹਾਡੀ ਇਹ ਜਰਨੀ ਇੱਥੇ ਤੱਕ ਕਿਵੇਂ ਪਹੁੰਚੀ, ਕਿਹੜੀਆਂ ਦਿੱਕਤਾਂ ਆਈਆਂ, ਕਿੱਥੋਂ ਤੁਹਾਡੀ ਪੜ੍ਹਾਈ ਸੀਗੀ ਉਹ ਸ਼ੁਰੂ ਹੋਈ? ਮੇਰੇ ਪੇਰੈਂਟਸ, ਮੇਰੇ ਫਾਦਰ प्रोफेसर सी DAV कॉलेज और मेरे मदर हाउस वाइफ है। मेरे फादर ਨੂੰ ਐਜੂਕੇਸ਼ਨ ਦਾ ਅੱਛਾ ਹੋ ਸੀ ਐਕਸਪੀਰੀਅੰਸ ਵੀ ਸੀ ਤੇ ਉਹਨਾਂ ਨੇ ਮੇਰੀ ਐਜੂਕੇਸ਼ਨ ਸ਼ੁਰੂ ਤੋਂ ਕੰਪਰੋਮਾਈਜ਼ ਨਹੀਂ ਕੀਤੀ ਔਰ ਉਹਨਾਂ ਦਾ ਇੱਕ ਸੋਚ ਸੀ ਕਿ ਰੈਗੂਲਰ ਸਕੂਲ 'ਚ ਹੀ ਪੜ੍ਹੇ, ਸਪੈਸ਼ਲ ਸਕੂਲ 'ਚ ਨਾ ਭੇਜਿਆ ਜਾਏ ਕਿਉਂਕਿ ਸਪੈਸ਼ਲ ਸਕੂਲ ਜਾਣ 'ਚ ਕਈ ਵਾਰ ਕੌਨਫੀਡੈਂਸ ਬੱਚਿਆਂ ਦਾ ਘੱਟ ਹੋ ਜਾਂਦਾ ਹੈ ਤੇ ਉਹਨਾਂ ਨੇ ਮੈਨੂੰ ਸ਼ੁਰੂ ਤੋਂ ਰੈਗੂਲਰ ਸਕੂਲ 'ਚ ਹੀ ਪੜ੍ਹਾਇਆ ਦੇ। ਫਿਰ ਪਹਿਲੇ ਪੰਜਾਬ 'ਚ ਮੇਰੀ ਐਜੂਕੇਸ਼ਨ ਹੋਈ 5th ਤੱਕ, 5th ਤੋਂ ਬਾਅਦ ਫਿਰ ਦਿੱਲੀ ਸ਼ਿਫਟ ਹੋ ਗਏ। ਦਿੱਲੀ 'ਚ ਮੇਰੀ ਅੱਛੀ ਕਨਵੈਂਟ ਸਕੂਲ 'ਚ, ਸਕੂਲ ਦਾ ਨਾਮ ਸਪ੍ਰਿੰਗਡੇਲ ਸੀ, ਉੱਥੇ ਐਜੂਕੇਸ਼ਨ ਹੋਈ। ਫਿਰ 12th ਤੋਂ ਬਾਅਦ ਲੇਡੀ ਸ਼੍ਰੀ ਰਾਮ ਕਾਲਜ ਮੈਂ ਪੋਲੀਟੀਕਲ ਸਾਇੰਸ ਆਨਰਸ ਕੀਤਾ। ਫਿਰ ਦਿੱਲੀ ਯੂਨੀਵਰਸਿਟੀ ਰੈਗੂਲਰ 'ਚ ਹੀ ਮੈਂ ਮਾਸਟਰਸ ਪੋਲੀਟੀਕਲ ਸਾਇੰਸ ਕੀਤਾ। ਉਸ ਤੋਂ ਬਾਅਦ ਫਿਰ ਬੜਾ ਸ਼ੌਕ ਸੀ ਕਿ IAS ਕੀਤਾ ਜਾਏ ਜਾਂ ਕੁਝ ਹੋਰ ਕੀਤਾ ਜਾਏ, ਲੇਕਿਨ ਪਤਾ ਨਹੀਂ ਕੁਝ ਇੱਕ ਹੋਰ ਚੀਜ਼ ਮਿਲ ਗਈ ਕਿ ਕਿਉਂ ਨਾ ਇਹ ਸੈਕਟਰ 'ਚ ਡਿਸੇਬਿਲਿਟੀ ਸੈਕਟਰ 'ਚ ਕੰਮ ਕੀਤਾ ਜਾਏ ਤਾਂ ਕਿ ਹੋਰ ਲੋਕਾਂ ਦੀ ਲਾਈਫ ਵੀ ਅੱਛੀ ਹੋ ਸਕੇ। ਨਹੀਂ ਤਾਂ ਇੱਕ ਟਾਈਮ 'ਤੇ ਮੈਂ IAS ਪ੍ਰੀਲਿਮਸ ਵੀ ਕਲੀਅਰ ਕਰ ਲਿਆ ਸੀਗਾ ਔਰ ਬੈਂਕ ਦੇ ਵੀ ਐਗਜ਼ਾਮ ਪ੍ਰੀਲਿਮਿਨਰੀ ਸਟੇਜ ਕਲੀਅਰ ਕੀਤੇ, ਲੇਕਿਨ ਫਿਰ ਧਿਆਨ ਇੱਧਰ ਹੀ ਸੀ ਕਿ ਇੱਧਰ ਇਸੇ ਡਾਇਰੈਕਸ਼ਨ 'ਚ ਕੰਮ ਕੀਤਾ ਜਾਏ ਕਿਉਂਕਿ ਮੈਨੂੰ ਇਹ ਸੀ ਕਿ ਮੇਰੇ ਮਦਰ ਮੇਰੀ ਬੁੱਕਸ ਰਿਕਾਰਡ ਕਰ ਦਿੰਦੇ ਸੀ, ਮੇਰੇ ਫਾਦਰ ਮੈਨੂੰ ਕਾਫੀ ਹੈਲਪ ਕਰਦੇ ਸੀ ਅਤੇ ਮੇਰੀ ਲਾਈਫ ਉਨੀਆਂ ਦਿੱਕਤਾਂ ਨਹੀਂ ਆਈਆਂ ਕਿਤਾਬਾਂ ਮਿਲਣ 'ਚ। ਜਾਂ ਜਦੋਂ ਗਰਾਊਂਡ ਰਿਐਲਿਟੀ ਦੇਖੀ ਉਦੋਂ ਲੱਗਿਆ ਕਿ ਨਹੀਂ ਵੀ ਸਾਨੂੰ ਇਹ ਕੰਮ ਕਰਨ ਦੀ ਬਹੁਤ ਜ਼ਰੂਰਤ ਹੈ, ਇਸ ਕੰਮ ਕਰਨ ਦਾ ਬਹੁਤ ਸਕੋਪ ਹੈ। ਬੱਚਿਆਂ ਨੂੰ ਕਿਤਾਬਾਂ ਨਹੀਂ ਮਿਲ ਰਹੀਆਂ, ਬੱਚਿਆਂ ਨੂੰ ਗਾਈਡੈਂਸ ਨਹੀਂ ਮਿਲ ਰਹੀ, ਕਿਉਂ ਨਾ ਇਸ ਫੀਲਡ 'ਚ ਕੁੱਦਿਆ ਇੱਕ ਉਡਾਨ ਭਰੀ ਜਾਏ। ਡਾਕਟਰ ਸਾਹਿਬ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੂੰਗਾ। ਅੱਜ ਤਾਂ ਟੈਕਨੋਲੋਜੀ ਦਾ ਯੁੱਗ ਆ ਗਿਆ, ਆਪਾਂ ਮੈਮ ਤੋਂ ਹੋਰ ਜਾਣਾਂਗੇ ਜਿਸ ਤਰੀਕੇ ਦੀਆਂ ਟੈਕਨੀਕਸ ਅੱਜ ਬੱਚਿਆਂ ਦੇ ਜਿਹੜੇ ਬੱਚੇ ਨਹੀਂ ਦੇਖ ਪਾਉਂਦੇ ਉਹਨਾਂ ਦੇ ਲਈ ਟੈਕਨੀਕਸ ਆਈਆਂ ਨੇ, ਪਰ ਜਦੋਂ ਤੁਹਾਡਾ ਸਮਾਂ ਸੀ ਮੈਨੂੰ ਲੱਗਦਾ ਉਸ ਸਮੇਂ ਦੇ ਵਿੱਚ ਸ਼ਾਇਦ ਇੰਨੀ ਐਡਵਾਂਸਡ ਜਿਹੜੀ ਟੈਕਨੋਲੋਜੀ ਨਹੀਂ ਆਈ ਸੀਗੀ।
ਸੋ ਤੁਹਾਡੀ ਪੜ੍ਹਾਈ ਕਿਵੇਂ ਚੱਲਦੀ ਸੀ, ਕਿਵੇਂ ਇੱਕ ਨਾਰਮਲ ਸਕੂਲ ਦੇ ਵਿੱਚ ਤੁਸੀਂ ਪੜ੍ਹਦੇ ਸੀਗੇ ਬਾਕੀ ਬੱਚਿਆਂ ਦੇ ਮੁਕਾਬਲੇ? ਜੀ ਜਦੋਂ ਸਰ ਮੇਰੀ ਸ਼ੁਰੂਆਤ ਹੋਈ ਹੈ, ਉਹ ਤੁਸੀਂ ਬੜਾ ਸੋਹਣਾ ਪ੍ਰਸ਼ਨ ਕਰਤਾ। ਦੇਖੋ ਟੀਚਰ ਹਮੇਸ਼ਾ ਯਾਦ ਆਉਂਦਾ ਆਪਣਾ। ਜਦੋਂ ਮੈਂ ਪਹਿਲੇ ਦਿਨ ਮੇਰੇ ਕਜ਼ਨ ਬ੍ਰਦਰ ਮੈਨੂੰ ਸਕੂਲ ਲੈ ਕੇ ਗਏ ਤਾਂ ਮੈਨੂੰ ਕਹਿੰਦੇ ਬੇਟੇ ਕਾਪੀ ਦੇਖ, ਤੈਨੂੰ ਨਜ਼ਰ ਆ ਰਿਹਾ ਲਾਈਨਾਂ ਦੇ ਉੱਪਰ? ਮੈਂ ਕਿਹਾ ਮੈਨੂੰ ਲਾਈਨਾਂ ਨਜ਼ਰ ਨਹੀਂ ਆ ਰਹੀਆਂ। ਜੇ ਤਾਂ ਕੋਈ ਨਾ ਪੱਖੀ ਟੀਚਰ ਹੁੰਦਾ ਤਾਂ ਉਹ ਕਹਿੰਦਾ ਲੈ ਜਾਓ ਜੀ ਬੱਚੇ ਨੂੰ ਆਪਣੇ ਵਾਪਸ। ਉਹ ਕਹਿੰਦੇ ਅੱਛਾ ਬੇਟੇ, ਉਹਨੇ ਲਾਈਨਾਂ ਗੂੜੀਆਂ ਕਰਤੀਆਂ ਜੀ ਬਾਲ ਪੈਨ ਲੈ ਕੇ। ਕਹਿੰਦੇ ਹੁਣ ਦੇਖ ਨਜ਼ਰ ਆਉਂਦਾ? ਤਾਂ ਉਹ ਬਾਲ ਪੈਨ ਨਾਲ ਲਾਈਨਾਂ ਗੂੜੀਆਂ ਮੈਨੂੰ ਨਜ਼ਰ ਆਉਣ ਲੱਗੀਆਂ ਅਤੇ ਮੇਰੀ ਸਕੂਲ 'ਚ ਐਡਮਿਸ਼ਨ ਹੋ ਗਈ। ਅਤੇ ਰੱਬ ਦੀ ਕਿਰਪਾ ਐਸੀ ਕਿ ਸਕੂਲ 'ਚ ਮੈਂ ਲੀਡਿੰਗ ਬੱਚਾ ਬਣ ਗਿਆ ਜੀ। ਮਿਹਨਤੀ ਤਾਂ ਸੀਗਾ ਜੀ, ਮੈਂ ਮਿਹਨਤੀ ਹੋਣਾ ਸੁਭਾਵਿਕ ਗੱਲ ਹੈ। ਅਤੇ ਪਰ ਜਦੋਂ ਹੁਣ ਜਿਹੜਾ ਜਦੋਂ ਮੇਰੀ ਅੱਖਾਂ ਦੀ ਪ੍ਰੋਬਲਮ ਇੰਨੀ ਘੱਟ ਗਈ ਕਿ ਮੇਰੇ ਮਤਲਬ ਟੀਚਰ ਵਿਚਾਰੇ ਮਦਦ ਨਹੀਂ ਕਰ ਸਕਦੇ ਸੀ, ਉੱਥੇ ਮੈਨੂੰ ਸਪੈਸ਼ਲ ਸਕੂਲ ਜਾਣਾ ਹੀ ਸੀਗਾ। ਉਦੋਂ ਸਰ ਮੈਂ ਸਪੈਸ਼ਲੀ ਬ੍ਰੇਲ ਸਿਸਟਮ ਸਿੱਖਣ ਗਿਆ ਸੀਗਾ। ਲੂਇਸ ਬ੍ਰੇਲ ਨੇ ਬ੍ਰੇਲ ਸਿਸਟਮ ਇਨਵੈਂਟ ਕੀਤਾ ਹੈ। ਬਹੁਤ ਸਾਰੇ ਲੋਕ ਸਾਡੇ ਜਾਣਦੇ ਆ ਜੀ ਇਹਨੂੰ, ਜਿਹਨੂੰ ਅਸੀਂ ਸਪਰਸ਼ ਰਾਹੀਂ ਪੜ੍ਹਦੇ ਹਾਂ ਜੀ। ਤਾਂ ਉਹੀ ਸਾਡੇ ਕੋਲ ਸਾਧਨ ਸੀਗਾ। ਪਰ ਉਹਦੇ 'ਚ ਸਮੱਸਿਆ ਕੀ ਹੁੰਦੀ ਹੈ ਸੁਖਵਿੰਦਰ ਜੀ, ਮੰਨ ਲਓ 100 ਪੇਜ ਇੰਕ ਪ੍ਰਿੰਟ ਦੀ ਬੁੱਕ ਹੈ ਤਾਂ ਉਹ 400 ਪੇਜ ਬ੍ਰੇਲ ਦੇ ਲੱਗਣਗੇ ਜੀ ਉਹਨੂੰ ਲਿਖਣ ਵਾਸਤੇ। ਬਹੁਤ ਭਾਰੀ ਕਿਤਾਬ ਬਣ ਜਾਂਦੀ ਹੈ। ਫਿਰ ਉਹ ਕਿਤਾਬਾਂ ਮਿਟ ਜਾਂਦੀਆਂ, ਉਹਨੂੰ ਸੰਭਾਲਣਾ ਬੜਾ ਔਖਾ ਹੁੰਦਾ। ਅਸੀਂ ਜਾਂ ਫਿਰ ਕੈਸਟ ਰਿਕਾਰਡ ਕਰਦੇ ਸੀਗੇ ਜੀ। ਸਾਡਾ ਜ਼ਮਾਨਾ ਇਸ ਤਰ੍ਹਾਂ ਬੀਤਿਆ। ਪਰ ਹੁਣ ਤੁਹਾਨੂੰ ਦੱਸਣਗੇ ਦੀਪਿਕਾ ਮੈਮ ਵੀ ਅੱਜ ਤਾਂ ਕੰਪਿਊਟਰ ਦੀ ਟੈਕਨੋਲੋਜੀ ਇੰਨੀ ਜ਼ਬਰਦਸਤ ਆ ਗਈ ਹੈ ਕਿ ਬੜਾ ਕੁਝ ਹੋ ਗਿਆ ਸਰ। ਦੀਪਿਕਾ ਮੈਮ ਨੂੰ ਮੈਨੂੰ ਲੱਗਦਾ ਵੀ ਜ਼ਿਆਦਾ ਪ੍ਰਸ਼ਨ ਥੋੜ੍ਹੇ ਟੈਕਨੀਕਲ ਜੇ ਜ਼ਿਆਦਾ ਪੁੱਛਾਂਗੇ, ਕਿਉਂਕਿ ਬਹੁਤ ਸੋਹਣਾ ਉਹਨੂੰ ਡਿਫਾਈਨ ਵੀ ਕਰਦੇ ਨੇ। ਔਰ ਲੋਕ ਜਿਹੜੇ ਸੁਣ ਰਹੇ ਨੇ ਉਹਨਾਂ ਦੇ ਵਿੱਚ ਵੀ ਇੱਕ ਜਿਹੜੀ ਜਾਗਰੂਕਤਾ ਲੈ ਕੇ ਆਉਣ ਦੇ ਵਿੱਚ ਮੈਨੂੰ ਲੱਗਦਾ ਉਹਨਾਂ ਦੇ ਜਵਾਬ ਬਹੁਤ ਜ਼ਿਆਦਾ ਸક્ષਮ ਹੋਣਗੇ। ਇਹ ਵੀ ਦੱਸ ਦਈਏ ਵੀ ਸક્ષਮ ਇੱਕ ਸੰਸਥਾ ਹੈ ਦੀਪਿਕਾ ਮੈਮ ਔਰ ਉਹਨਾਂ ਦੇ ਕੋਈ ਸਾਥੀ ਨੇ ਜਿਹੜੇ ਚਲਾ ਰਹੇ ਨੇ। ਜਿਹੜੇ ਬੱਚੇ ਬਲਾਈਂਡ ਨੇ, ਦੇਖ ਨਹੀਂ ਪਾਉਂਦੇ ਨੇ, ਉਹਨਾਂ ਦੇ ਵਿੱਚ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਹੈਲਪ ਕਰਦੇ ਨੇ। ਮੈਮ ਥੋੜ੍ਹਾ ਜਿਹਾ ਆਪਣੀ ਸੰਸਥਾ ਦੇ ਬਾਰੇ ਦੱਸ ਦਿਓ, ਕਿਵੇਂ ਤੁਹਾਡੀ ਸੰਸਥਾ ਕੰਮ ਕਰਦੀ ਹੈ, ਕੀ ਉਹਦਾ ਨਾਂ ਹੈ? ਜ਼ਰੂਰ। ਸક્ષਮ ਇੱਕ ਚੈਰੀਟੇਬਲ ਸੰਸਥਾ ਹੈ। ਇਹ 2003 'ਚ ਸ਼ੁਰੂ ਹੋਈ ਸੀ। ਦਿੱਲੀ ਇਹਦਾ ਹੈੱਡ ਆਫਿਸ ਹੈ ਔਰ ਪੰਜਾਬ 'ਚ ਅਸੀਂ ਜਲੰਧਰ 'ਚ 2012 ਸਤੰਬਰ 'ਚ ਸ਼ੁਰੂ ਕੀਤੀ ਹੈ। ਇਸ ਦਾ ਇੱਕੋ ਹੀ ਮਕਸਦ ਹੈ ਕਿ ਜਿਹੜਾ ਵੀ ਕੋਈ ਬੱਚਾ ਪ੍ਰਿੰਟ ਡਿਸੇਬਲਡ ਹੈ, ਉਹਨੂੰ ਚੱਲਣਾ ਕਿੱਦਾਂ ਹੈ, ਉਹਨੇ ਪੜ੍ਹਨਾ ਕਿੱਦਾਂ ਹੈ, ਲਿਖਣਾ ਕਿੱਦਾਂ, ਉਹਨੂੰ ਹਰ ਤਰ੍ਹਾਂ ਦੀ ਸਪੋਰਟ ਦੇ ਕੇ ਉਹਨੂੰ ਕਾਬਿਲ ਆਪਣੇ ਪੈਰਾਂ 'ਤੇ ਖੜੇ ਕਰਨ ਦਾ ਸਾਡਾ ਵਿਜ਼ਨ ਹੁੰਦਾ ਹੈ। ਅਤੇ ਅਸੀਂ ਉਹਦੇ ਲਈ ਜੋ ਸਰਵਿਸਿਜ਼ ਚਾਹੀਦੀਆਂ, ਉਹਨੂੰ ਤਰ੍ਹਾਂ ਦੀਆਂ ਟ੍ਰੇਨਿੰਗਸ ਚਾਹੀਦੀਆਂ। ਕੰਪਿਊਟਰ 'ਤੇ ਉਹ ਆਪ ਲਿਖ ਪੜ੍ਹ ਸਕਦਾ ਹੈ, ਉਹਦੀ ਟ੍ਰੇਨਿੰਗ ਦੇਈ ਦੀ ਹੈ। ਉਹਨੂੰ ਕਿਤਾਬਾਂ ਪ੍ਰੋਵਾਈਡ ਕਰਵਾਈ ਦੀਆਂ ਰਿਕਾਰਡ ਕਰਕੇ, ਐਕਸੈਸਿਬਲ ਬੁੱਕਸ ਬਣਾ ਕੇ, ਤਾਂ ਕਿ ਉਹ ਆਪਣੀ ਕੰਪਿਊਟਰ ਦੇ ਮਦਦ ਨਾਲ ਪੜ੍ਹ ਸਕੇ। ਔਰ ਜਿੱਦਾਂ ਮੇਰੇ ਹੱਥ 'ਚ ਮੋਬਾਈਲ ਹੈ ਅਤੇ ਇਹ ਮੋਬਾਈਲ 'ਤੇ ਜਿੱਦਾਂ ਟੱਚ ਸਕਰੀਨ ਫੋਨ ਹੈ ਔਰ ਅਸੀਂ ਇਹ ਫੋਨ ਨਾਲ ਵੀ ਬੱਚਿਆਂ ਨੂੰ ਟ੍ਰੇਨਿੰਗ ਦੇ ਦੀ ਹੈ ਅਤੇ ਉਹ ਆਪਣੀ ਕਿਤਾਬ ਪੜ੍ਹ ਸਕਦੇ ਹੈ, ਆਪਣੇ ਅਖਬਾਰ ਦੇ ਨਿਊਜ਼ ਪੜ੍ਹ ਸਕਦੇ ਹੈ, ਇੰਟਰਨੈਟ ਐਕਸੈਸ ਜੋ ਕੰਮ ਐਕਸਾਈਟਿਡ ਬੰਦਾ ਕਰ ਸਕਦਾ ਉਹੀ ਕੰਮ ਅਸੀਂ ਇਸ ਫੋਨ ਰਾਹੀਂ ਕਰ ਸਕਦੇ ਹਾਂ। ਸਰ ਤੁਹਾਡੇ ਤੋਂ ਫਿਰ ਮੈਂ ਵਾਪਸ ਆਊਂਗਾ। ਤੁਹਾਡੇ ਨਾਲ ਗੱਲਾਂ ਮੈਨੂੰ ਲੱਗਦਾ ਵੀ ਥੋੜ੍ਹੀਆਂ ਘਰੇਲੂ ਜਾਂ ਜਿਹੜੀਆਂ ਸਾਡੇ ਲੋਕਾਂ ਦੇ ਵਿੱਚ ਇੱਕ ਵਹਿਮ ਹੁੰਦਾ ਨਾ, ਵਹਿਮ ਕੱਢਣ ਵਾਲੀਆਂ ਗੱਲਾਂ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ। ਜਦੋਂ ਪਰਿਵਾਰ ਦੇ ਵਿੱਚ ਪਤਾ ਲੱਗ ਗਿਆ ਮਾਂ-ਬਾਪ ਨੂੰ ਵੀ ਸਾਡਾ ਬੱਚਾ ਜਿਹੜਾ ਉਹ ਦੇਖ ਨਹੀਂ ਪਾਏਗਾ, ਉਹ ਅੱਜ ਸੁਭਾਵਿਕ ਗੱਲ ਹੈ ਵੀ ਜੇ ਬੱਚਾ ਥੋੜ੍ਹਾ ਜਿਹਾ ਬਿਮਾਰ ਹੋ ਜਾਏ ਤਾਂ ਮਾਤਾ ਪਿਤਾ ਨੂੰ ਜਿਹੜੀ ਬਹੁਤ ਟੈਨਸ਼ਨ ਹੋ ਜਾਂਦੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ, ਵੀ ਪਹਿਲਾਂ ਵੀ ਇੱਦਾਂ ਹੀ ਹੁੰਦੀ ਹੋਊਗੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸਾਡੇ ਬੇਟੇ ਨੂੰ ਦਿਖਾਈ ਨਹੀਂ ਦਿੰਦਾ, ਉਹਨਾਂ ਦਾ ਵੀ ਕਿਤੇ ਨਾ ਕਿਤੇ ਦਿਲ ਟੁੱਟਿਆ ਹੋਊਗਾ। ਫਿਰ ਤੁਹਾਡੇ ਨਾਲ ਕਿੱਦਾਂ ਦਾ ਰਵੱਈਆ ਸੀਗਾ ਪਰਿਵਾਰ ਦੇ ਵਿੱਚ? ਕੀ ਸੋਚਦੇ ਸੀ ਤੁਹਾਡੇ ਬਾਰੇ ਪਰਿਵਾਰ ਵਾਲੇ? ਜੀ ਇਹ ਬਹੁਤ ਹੀ ਸੋਹਣਾ ਔਰ ਬੜਾ ਗੰਭੀਰ ਪ੍ਰਸ਼ਨ ਹੈ। ਲੋਕ ਨਿਰਾਸ਼ ਹੋ ਜਾਂਦੇ ਇੱਕਦਮ ਕਿ ਹੁਣ ਕਰਾਂਗੇ ਕੀ, ਮੁਸੀਬਤ ਆ ਪਈ। ਅਤੇ ਹੁਣ ਅਸੀਂ ਦੇਖੋ ਅਸੀਂ ਜ਼ਿੰਦਗੀ ਭੋਗ ਚੁੱਕੇ ਹਾਂ, ਅਸੀਂ ਬੜਾ ਕੁਝ ਤਜਰਬਾ ਕਰ ਚੁੱਕੇ ਹਾਂ। ਅਤੇ ਮੈਂ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ, ਜਿੱਦਾਂ ਆਪਾਂ ਆਮ ਜੁਮਲਾ ਇੱਕ ਸੁਣਦੇ ਹਾਂ ਕਿ ਮੁਸੀਬਤ ਆਵੇ ਤਾਂ ਘਬਰਾਓ ਨਾ, ਰਸਤੇ ਲੱਭੋ। ਹਨੇਰਾ ਹੋ ਜਾਵੇ ਤਾਂ ਪੱਕੀ ਗੱਲ ਹੈ ਸੂਰਜ ਨੇ ਨਿਕਲਣਾ ਪੱਕਾ ਹੈ। ਅਤੇ ਇਸ ਤਰ੍ਹਾਂ ਹੀ ਮੇਰੇ ਪਰਿਵਾਰ ਵਿੱਚ ਵੀ ਮੇਰੇ ਮਾਤਾ ਜੀ, ਕਿਉਂਕਿ ਉਹ ਇੱਕ ਸੁਆਣੀ ਸਨ, ਉਹਨਾਂ ਦਾ ਹਿਰਦਾ ਹੋਰ ਕੋਮਲ ਸੀ, ਉਹ ਰੋ ਪੈਂਦੇ ਸੀਗੇ। ਪਿਤਾ ਜੀ ਰੋ ਪੈਂਦੇ ਸੀਗੇ। ਤਾਇਆ ਜੀ ਤਾਂ ਬਿਲਕੁਲ ਹੀ ਨਿਰਾਸ਼ ਹੋ ਗਏ। ਉਹ ਕਹਿੰਦੇ ਨਹੀਂ ਇਹ ਸਾਡਾ, ਅੱਜ ਤਾਂ ਇਹਨੂੰ ਕਿਤੇ ਭੇਜਣਾ ਨਹੀਂ, ਇਹਨੂੰ ਆਪਣੇ ਘਰ ਹੀ ਬਿਠਾਵਾਂਗੇ, ਇਹਨੂੰ ਇੱਦਾਂ ਦੀ ਘਰ 'ਚ ਜਦੋਂ ਜਿਹਾ ਚੱਲ ਪਈ ਇਹਨੂੰ ਪੜ੍ਹਾਉਣਾ ਹੀ ਨਹੀਂ ਅਸੀਂ। ਔਰ ਅੱਜ ਵੀ ਇਹ ਸਮੱਸਿਆ ਪਰਿਵਾਰਾਂ 'ਚ ਆ ਜਾਂਦੀ ਹੈ ਵੀ ਅਸੀਂ ਕਿੱਥੇ ਭੇਜਾਂਗੇ, ਸਾਡਾ ਬੱਚਾ ਇਕੱਲਾ ਬਾਲ ਕਿੱਥੇ ਰੁਲੂਗਾ, ਇੱਦਾਂ ਸੋਚਦੇ ਜੀ ਆਮ ਪਬਲਿਕ। ਡਾਕਟਰ ਸਾਹਿਬ ਕੋਈ ਘਰਦਿਆਂ ਦੀ, ਕਿਸੇ ਤਾਏ ਦੀ, ਚਾਚੇ ਦੀ ਕਈ ਗੱਲ ਜਿਹੜੀ ਅੱਜ ਵੀ ਤੁਹਾਨੂੰ ਯਾਦ ਹੁੰਦੀ ਹੋਵੇ ਔਰ ਤੁਸੀਂ ਉਸ ਗੱਲ ਨੂੰ ਨੈਗੇਟਿਵ ਨਾ ਲਈ ਹੋਵੇ, ਪੋਜ਼ੀਟਿਵ ਲਈ ਹੋਵੇ ਅਤੇ ਅੱਜ ਇਸ ਮੁਕਾਮ ਦੇ ਉੱਤੇ ਪਹੁੰਚੇ ਹੋ? ਮੈਂ ਵੈਸੇ ਖੁਸ਼ਕਿਸਮਤੀ ਨਾਲ ਮੈਨੂੰ ਕੋਈ ਇੱਦਾਂ ਦੀ ਨਹੀਂ ਸਹਿਣੀ ਪਈ, ਬਾਈ ਚਾਂਸ ਸੱਚਾਈ ਹੈ। ਪਰ ਕਿਤੇ ਕਿਤੇ ਦਿੱਕਤਾਂ ਆਉਂਦੀਆਂ, ਮੈਂ ਇਹਨਾਂ ਸਹਿਮਤ ਹਾਂ ਜੀ, ਹੈ ਨਾ। ਜਾਂ ਕਿਤੇ ਉਹ ਜਿਹੜੇ ਮੇਰੇ ਬਜ਼ੁਰਗਾਂ ਦੇ ਮਨ 'ਚ ਇਹ ਕਿੱਦਾਂ ਕੀ ਕਰ ਪਾਏਗਾ, ਕੁਛ ਨਹੀਂ, ਸਾਨੂੰ ਨਹੀਂ ਲੱਗਦਾ ਕੁਛ ਕਰ ਪਾਏਗਾ, ਇੱਦਾਂ ਦੀ ਗੱਲ ਉਹਨਾਂ ਦੇ ਮਨ 'ਚ ਆਉਂਦੀ ਸੀ। ਅਤੇ ਪਰ ਜਦੋਂ ਮੈਨੂੰ ਯਾਦ ਇੱਕ ਘਟਨਾ ਮੈਨੂੰ ਯਾਦ ਆ ਗਈ, ਤੁਹਾਡੇ ਪ੍ਰਸ਼ਨ ਨੇ ਮੈਨੂੰ ਜਗਾ ਦਿੱਤਾ ਸਰ ਇੱਕ ਆਨਸਰ।
ਮੈਂ ਜਦੋਂ ਐਮਫਿਲ ਕਰਦਾ ਸੀਗਾ ਤਾਂ ਮੇਰਾ UGC ਟੈਸਟ ਕੁਆਲੀਫਾਈ ਹੋ ਗਿਆ ਤੇ ਉਹ JRF ਵਾਸਤੇ ਕੁਆਲੀਫਾਈ ਹੋਇਆ। ਤਾਂ ਜਦੋਂ ਮੇਰੇ ਤਾਇਆ ਜੀ ਨੂੰ ਆ ਕੇ ਦੱਸਿਆ ਤਾਂ ਮੇਰੇ ਵੱਡੇ ਭਰਾ ਨੇ ਕਿਹਾ ਉਹਨਾਂ ਨੂੰ, ਤਾਇਆ ਜੀ ਤੁਸੀਂ ਜਿਸ ਦਿਨ ਨਿਰਾਸ਼ ਹੁੰਦੇ ਸੀ ਕਿ ਪ੍ਰੇਮ ਸਾਗਰ ਨੂੰ ਨਾ ਪੜ੍ਹਾਈਏ, ਅੱਜ ਇਹਨੂੰ 2200 ਰੁਪਇਆ ਸਕਾਲਰਸ਼ਿਪ ਜਿਹੜੀ ਟੀਚਰ ਲੈਕਚਰਰ ਦੀ ਉਦੋਂ ਬੇਸਿਕ ਪੇ 2200 ਹੁੰਦੀ ਸੀ ਸਰ, ਵੀ ਇਹਨੂੰ ਅੱਜ 2200 ਰੁਪਇਆ ਬੇਸਿਕ ਪੇ ਤਾਂ ਇਹਨੂੰ ਘਰ ਬੈਠੇ ਨੂੰ ਪੜ੍ਹਨ ਵਾਸਤੇ ਮਿਲਣ ਲੱਗ ਪਈ ਤੇ ਇਹਦਾ ਫਿਊਚਰ ਦੇਖੋ ਕਿੰਨਾ ਅੱਛਾ ਹੋਏਗਾ। ਤੇ ਉਹਨਾਂ ਦੀ ਅੱਖਾਂ 'ਚ ਵੀ ਅਥਰੂ ਆ ਗਏ ਕਿ ਯਾਰ ਠੀਕ ਹੈ, ਇਹ ਠੀਕ ਦਿਸ਼ਾ ਚੱਲ ਰਿਹਾ। ਉਹ ਆਪਣੀ ਜਗ੍ਹਾ 'ਤੇ ਵਿਚਾਰੇ ਭਾਵੁਕ ਸੀਗੇ ਕਿ ਇਹ ਕਰੇਗਾ ਕੀ, ਇਹ ਕਿੱਦਾਂ ਕਰ ਸਕਦਾ। ਯਾਨੀ ਧਾਰਨਾ ਅੱਜ ਵੀ ਸੁਖਵਿੰਦਰ ਸਰ ਇਹ ਹੈਗੀ ਹੈ। ਮੈਂ ਤੁਹਾਨੂੰ ਅਰਜ਼ ਕਰਨਾ ਸਰ, ਬੜੇ ਪੜ੍ਹੇ ਲਿਖੇ ਲੋਕ, ਬੜੇ ਵੱਡੇ ਐਜੂਕੇਟਿਡ ਲੋਕ ਜਿਹੜੇ ਇੰਨੇ PhD MPhil ਹੈ, ਉਹ ਵੀ ਇੱਕ ਵਾਰੀ ਦੇਖ ਕੇ ਬਲਾਈਂਡ ਬੰਦੇ ਨੂੰ ਘਬਰਾ ਜਾਂਦੇ ਆ। ਉਹਨਾਂ ਨੂੰ ਲੱਗਦਾ ਕੋਈ ਸਕੋਪ ਨਹੀਂ ਯਾਰ, ਇਹ ਕੀ ਕਰੇਗਾ ਬੰਦਾ, ਇਹ ਬੰਦਾ ਕਿੱਦਾਂ ਕੰਮ ਕਿੱਦਾਂ ਕਰ ਪਾਏਗਾ ਆਪਣਾ, ਹੈ ਨਾ ਜੀ। ਪਰ ਸਰ ਜੇ ਆਪਾਂ ਰਸਤੇ ਖੋਲ੍ਹ ਕੇ ਦੇਖੀਏ ਤਾਂ ਬੜੀਆਂ ਸਾਰੀਆਂ ਸੰਭਾਵਨਾਵਾਂ ਛੁਪੀਆਂ ਹੁੰਦੀਆਂ। ਮੈਂ ਤੁਹਾਡੇ ਨਾਲ ਅਰਜ਼ ਕੀਤੀ ਕਿ ਪਰਮਾਤਮਾ ਦੀ ਐਸੀ ਕਿਰਪਾ ਹੋਈ ਕਿ ਲਾਸਟ ਸੇ ਮੈਨੂੰ ਸਟਾਫ ਸੈਕਟਰੀ ਬਣਾਇਆ ਗਿਆ ਕਾਲਜ ਵਿੱਚ, ਤੇ ਮੇਰੇ ਕੁਝ ਲੋਕਾਂ ਦੇ ਮਨ 'ਚ ਸ਼ਾਇਦ ਥੋੜ੍ਹੀ ਚਿੰਤਾ ਸੀ ਵੀ ਕਿੱਦਾਂ ਕਰੇਗਾ ਬੰਦਾ ਇਹ ਮੈਨੇਜ। ਪਰ ਮੇਰੇ ਕੁਝ ਕਲੀਗਸ ਐਸੇ ਸੀ, ਨਹੀਂ ਇਹਦੇ 'ਚ ਕੀ ਸਮੱਸਿਆ ਹੈ, ਜੇ ਸਾਗਰ ਸਰ PhD ਕਰ ਸਕਦੇ ਆ, ਤੁਹਾਡੀ ਕਿਰਪਾ ਨਾਲ, ਤੁਹਾਡੀ ਦੁਆਵਾਂ ਨਾਲ ਮੇਰੀ ਬੁੱਕ ਵੀ ਪਬਲਿਸ਼ ਹੋ ਚੁੱਕੀ ਹੈ ਮਿਊਜ਼ਿਕ ਦੇ। ਉਹ ਕਹਿੰਦੇ ਵੀ ਜੇ ਇਸ ਬੰਦੇ ਦੀ ਬੁੱਕ ਪਬਲਿਸ਼ ਹੋ ਸਕਦੀ ਹੈ ਤਾਂ ਸਟਾਫ ਸੈਕਟਰੀ ਦਾ ਰੋਲ ਕੀ ਹੈ, ਔਖਾ ਇਹਦੇ ਵਾਸਤੇ ਅਦਾ ਕਰਨਾ। ਡਾਕਟਰ ਸਾਹਿਬ, ਗੱਲਾਂ ਦਾ ਸਿਲਸਿਲਾ ਜਾਰੀ ਰਹੂਗਾ। ਮੈਂ ਚਾਹੂੰਗਾ ਇੱਕ ਥੋੜਾ ਹਾਰਮੋਨੀਅਮ ਦੇ ਉੱਤੇ ਇੱਕ ਗੀਤ, ਕੋਈ ਗਜ਼ਲ ਕੁਝ ਦਰਸ਼ਕਾਂ ਨੂੰ ਜਿਹੜੀ ਸੁਣਾ ਦਿੱਤੀ ਹੋਵੇ ਤਾਂ ਜੋ ਦਰਸ਼ਕ ਇਸ ਚੀਜ਼ ਦਾ ਵੀ ਆਨੰਦ ਮਾਣ ਲੈਣ। ਮੈਂ ਦੱਸਦਾ ਵੀ ਡਾਕਟਰ ਸਾਹਿਬ ਨੇ PhD ਕੀਤੀ ਹੈ ਮਿਊਜ਼ਿਕ ਦੇ ਵਿੱਚ, HMB ਕਾਲਜ ਜਲੰਧਰ ਦੇ ਵਿੱਚ ਬਤੌਰ ਪ੍ਰੋਫੈਸਰ ਸੇਵਾਵਾਂ ਦੇ ਰਹੇ ਨੇ ਉੱਥੇ। ਔਰ ਮਿਊਜ਼ਿਕ ਦੇ ਨਾਲ ਕਹਿੰਦੇ ਨੇ ਬਚਪਨ ਤੋਂ ਪਿਆਰ ਹੈ, ਘਰ ਦੇ ਵਿੱਚ ਭਜਨ ਗਾਇਨ ਹੁੰਦਾ ਸੀਗਾ ਜਿੱਥੋਂ ਇਹਨਾਂ ਨੇ ਮਿਊਜ਼ਿਕ ਦੀ ਲੱਤ ਲੱਗੀ ਔਰ ਇਸ ਸ਼ੌਂਕ ਨੂੰ ਵੀ ਜਿਹੜਾ ਨਾਲ ਪੜ੍ਹਾਈ ਦੇ ਜਾਰੀ ਰੱਖਿਆ। ਸੋ ਡਾਕਟਰ ਸਾਹਿਬ ਇੱਕ ਗੀਤ ਵੀ ਤੁਹਾਨੂੰ ਜ਼ਰੂਰ ਸੁਣਾਉਣਗੇ। ਸਰ ਸ਼ਿਵ ਬਟਾਲਵੀ ਸਾਹਿਬ ਸਾਡੇ ਸਭ ਦੇ ਹਰਮਨ ਪਿਆਰੇ ਕਵੀ ਹੈ, ਤੇ ਉਹਨਾਂ ਦਾ ਇੱਕ ਢੁਕਵਾਂ ਗੀਤ ਮੈਂ ਤੁਹਾਡੀ ਨਜ਼ਰ ਕਰਦਾ, ਜਿਹੜਾ ਅੱਜ ਆਪਾਂ ਪਰਿਆਵਰਣ ਦਿਵਸ ਮਨਾਉਂਦੇ ਹਾਂ, ਵਨਾਰੋਪਣ ਬਣਾ ਰਹੇ ਹਾਂ, ਵ੍ਰਿਕਸ਼ਾਰੋਪਣ ਦਿਨ ਮਨਾ ਰਹੇ ਹਾਂ, ਉਹਦੇ ਸੰਬੰਧੀ ਉਹਨਾਂ ਦੀ ਬਹੁਤ ਪਿਆਰੀ ਰਚਨਾ ਜਿਹੜੀ ਹੈ, ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ। ਤੇ ਮੈਂ ਕੰਪੋਜੀਸ਼ਨ ਆਪਣੀ ਹੈ, ਸੰਗੀਤਿਕ ਮੇਰੀ ਹੈ ਵਾਲੀ। ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਮਾ, ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਮਾ, ਕੁਝ ਰੁੱਖ ਨੂੰ ਹਾਥੀਆਂ ਲੱਗਦੇ, ਕੁਝ ਰੁੱਖ ਨੂੰ ਹਾਥੀਆਂ ਲੱਗਦੇ, ਕੁਝ ਰੁੱਖ ਵਾਂਗ ਪਰਾਵਾਂ, ਕੁਝ ਰੁੱਖ। ਇੱਕ ਅੰਤਰਾ ਸੁਣਾ ਦੇਵਾਂ ਤੁਹਾਨੂੰ, ਬੜਾ ਟੱਚਿੰਗ ਅੰਤਰਾ ਹੈ। ਕੁਝ ਰੁੱਖ ਮੇਰੇ ਬਾਬੇ ਵਾਕਣ, ਪੱਤਰ ਟਾਵਾਂ ਟਾਵਾਂ, ਕੁਝ ਰੁੱਖ ਮੇਰੇ ਬਾਬੇ ਵਾਕਣ, ਪੱਤਰ ਟਾਵਾਂ ਟਾਵਾਂ, ਕੁਝ ਰੁੱਖ ਮੇਰੀ ਦਾਦੀ ਵਰਗੇ, ਕੁਝ ਰੁੱਖ ਮੇਰੀ ਦਾਦੀ ਵਰਗੇ, ਚੂਰੀ ਪਾਵਣ ਕਾਵਾਂ, ਕੁਝ ਰੁੱਖ ਮੈਨੂੰ। ਬਹੁਤ ਖੂਬ। ਡਾਕਟਰ ਸਾਹਿਬ, ਮਿਊਜ਼ਿਕ ਦਾ ਸ਼ੌਂਕ ਕਿਵੇਂ ਪਿਆ ਸੀਗਾ? ਹਾਲਾਂਕਿ ਤੁਸੀਂ ਦੱਸਿਆ ਵੀ ਬਚਪਨ ਤੋਂ ਘਰ ਦੇ ਵਿੱਚ ਭਜਨ ਗਾਇਨ ਹੁੰਦਾ ਸੀ ਜਿੱਥੋਂ ਮੈਨੂੰ ਮਿਊਜ਼ਿਕ ਦੀ, ਫਿਰ ਇੰਨੀ ਪੜ੍ਹਾਈ ਵੀ ਕੀਤੀ ਹੈ ਨਾਲ ਦੀ ਨਾਲ, ਕਿਵੇਂ ਚੱਲਿਆ ਕਿਵੇਂ ਸਾਰਾ ਸਿਸਟਮ? ਜੀ ਦੇਖੋ ਸਰ, ਇਸ ਤਰ੍ਹਾਂ ਹੈ, ਪਹਿਲੇ ਤਾਂ ਮਿਊਜ਼ਿਕ ਸ਼ੌਕ ਸੀ। ਸਕੂਲ 'ਚ ਮੈਂ ਗਾਣੇ ਗਾਉਂਦਾ ਹੁੰਦਾ ਸੀਗਾ ਜੀ, ਬੁਲਾ ਕੇ ਮੇਰੇ ਟੀਚਰਸ, ਜਿੱਦਾਂ ਬੱਚੇ ਤੁਸੀਂ ਦੇਖਦੇ ਹੋ ਹੁੰਦੇ ਕਲਾਸ ਸਕੂਲਾਂ 'ਚ ਵੀ ਉਹ ਬੱਚਾ ਗਾਉਂਦਾ ਉਹਨੂੰ ਬੁਲਾਓ, ਦੂਜੀ ਕਲਾਸ ਦਾ ਟੀਚਰ ਬੁਲਾ ਲੈਂਦੇ ਸੀਗੇ ਜੀ। ਸ਼ਬਦ ਗਾਉਂਦਾ ਸੀਗਾ, ਭਜਨ ਗਾਉਂਦਾ ਸੀਗਾ। ਪਰ ਜਦੋਂ ਮੇਰਾ ਸਬਜੈਕਟ ਬਣਨਾ ਸ਼ੁਰੂ ਹੋਇਆ 6ਵੀਂ ਜਮਾਤ ਜਾ ਕੇ, ਉੱਥੇ ਮੈਨੂੰ ਸ਼੍ਰੀ ਬੋਧਰਾਜ ਜੀ ਅਰੋੜਾ ਮੇਰੇ ਪਹਿਲੇ ਟੀਚਰ ਮਿਲੇ ਬਲਾਈਂਡ ਸਕੂਲ ਵਿੱਚ। ਉਹਨਾਂ ਨੇ ਮੈਨੂੰ ਸੰਗੀਤ ਦੀ ਤਾਲੀਮ ਦੇਣੀ ਸ਼ੁਰੂ ਕੀਤੀ, ਸਾਰੇ ਗਾਵਾਂ ਸਿਖਾਉਣਾ ਸ਼ੁਰੂ ਕੀਤਾ। ਫਿਰ ਮੇਰਾ ਸਬਜੈਕਟ ਬਣਨਾ ਸ਼ੁਰੂ ਹੋ ਗਿਆ ਸਰ। ਫਿਰ ਮੇਰੀ ਅਰਜ਼ ਹੈ ਕਿ ਪੜ੍ਹਾਈ ਦੇ ਨਾਲ ਨਾਲ ਇਹ ਮੇਰਾ ਸਬਜੈਕਟ ਰਿਹਾ ਨਾ ਸਰ, ਇਟ ਵਾਜ਼ ਵਨ ਆਫ ਮਾਈ ਸਬਜੈਕਟਸ, ਇਲੈਕਟਿਵ ਸਬਜੈਕਟਸ। ਜਦੋਂ ਮੈਂ ਆ ਗਿਆ ਕਾਲਜ ਵਿੱਚ ਆ ਗਿਆ ਤਾਂ ਮੇਰੇ ਕੋਲ ਜਿੱਥੇ ਇੰਗਲਿਸ਼ ਸਬਜੈਕਟ ਸੀ, ਹਿਸਟਰੀ ਸੀ, ਹਿੰਦੀ ਸੀ, ਉੱਥੇ ਨਾਲ ਮਿਊਜ਼ਿਕ ਵੀ ਇੱਕ ਸਬਜੈਕਟ ਸੀਗਾ, ਤਾਂ ਇਹ ਮੇਰੀ ਸਟੱਡੀ ਦਾ ਵਿਸ਼ਾ ਬਣ ਗਿਆ। ਫਿਰ ਗ੍ਰੈਜੂਏਸ਼ਨ 'ਚ ਆ ਕੇ ਬੜੀ ਸੋਹਣਾ ਤੁਹਾਡਾ ਪ੍ਰਸ਼ਨ ਇੱਕ ਹੋਰ ਰਾਜ਼ ਖੋਲ੍ਹੇਗਾ। ਮੇਰਾ ਬਹੁਤ ਰੁਝਾਨ ਸੀ ਸਾਹਿਤ ਵੱਲ, ਲਿਟਰੇਚਰ ਵੱਲ, ਹਿੰਦੀ ਇੰਗਲਿਸ਼ ਲਿਟਰੇਚਰ ਵੱਲ ਮੇਰਾ ਰੁਝਾਨ ਸੀ।
ਪਰ ਮੇਰੇ ਗੁਰੂ ਜਨਾਂ ਨੇ ਉਦੋਂ ਦੇ ਹਾਲਾਤਾਂ ਨੂੰ ਦੇਖ ਕੇ, ਕਿਉਂਕਿ ਅੱਜ ਤੱਕ ਕੰਪਿਊਟਰ ਹੈ ਸਰ, ਉਦੋਂ ਕੰਪਿਊਟਰ ਨਹੀਂ ਸੀਗਾ ਸਾਡੇ ਵਾਸਤੇ, ਉਹ ਕਹਿੰਦੇ ਵੀ ਦੇਖੋ ਬਾਕੀ ਸਬਜੈਕਟਾਂ 'ਚ ਇਹਦੀ ਡਿਪੈਂਡੈਂਸ ਬਹੁਤ ਹੋਏਗੀ, ਇਹ ਕਿੰਨੀਆਂ ਕਿਤਾਬਾਂ ਕਦੋਂ ਪੜ੍ਹੇਗਾ, ਕੌਣ ਇਹਨੂੰ ਪੜ੍ਹ ਕੇ ਸੁਣਾਏਗਾ, ਕਿੰਨਾ ਲਿਖ ਲੇਗਾ ਬਰੇਲ 'ਚ। ਤਾਂ ਉਹ ਕਹਿੰਦੇ ਵੀ ਇਹਨੂੰ ਐਸਾ ਸਬਜੈਕਟ ਦਿਓ ਜਿਹੜਾ ਇਕੱਲਾ ਬੈਠ ਕੇ ਕੁਝ ਕੰਪੋਜ਼ ਕਰੇਗਾ। ਜੇ ਅੱਛਾ ਗਾਇਕ ਬਣ ਗਿਆ ਤਾਂ ਬਹੁਤ ਅੱਛੀ ਗੱਲ ਹੈ, ਨਹੀਂ ਤਾਂ ਅੱਛਾ ਕੰਪੋਜ਼ਰ ਬਣ ਜਾਏਗਾ, ਅੱਛਾ ਥਿੰਕਰ ਬਣ ਜਾਏਗਾ, ਅੱਛਾ ਟੀਚਰ ਬਣ ਜਾਏਗਾ। ਇਹ ਸਿਰਾ ਮੇਰੇ ਪ੍ਰੋਫੈਸਰ ਪਰਮਹੰਸ ਅਹੂਜਾ ਜੀ ਨੂੰ ਜਾਣਦਾ। ਇਹ ਉਹਨਾਂ ਨੇ ਦ੍ਰਿਸ਼ਟੀਕੋਣ ਦਿੱਤਾ ਮੈਨੂੰ ਕਿ ਨਹੀਂ, ਇਹਨੂੰ ਮਿਊਜ਼ਿਕ 'ਚ ਲੈ ਕੇ ਆਈਏ ਅਸੀਂ, ਤਾਂ ਫਿਰ ਮੇਰਾ ਐਮਏ ਕਰਨ ਦਾ ਮਾਹੌਲ ਬਣ ਗਿਆ ਜੀ। ਇਸ ਤਰ੍ਹਾਂ ਮੈਂ ਸਬਜੈਕਟ ਸਟੱਡੀ ਨਾਲ ਜੁੜ ਗਿਆ। ਮੈਮ ਵੈਸੇ ਤਾਂ ਤੁਸੀਂ ਜਿਹੜਾ ਤੁਹਾਡਾ ਕਪਲ ਹੈ, ਮੈਨੂੰ ਲੱਗਦਾ ਵੀ ਵਧਾਈ ਦਾ ਪਾਤਰ ਹੈ, ਔਰ ਮੈਨੂੰ ਲੱਗਦਾ ਵੀ ਦੁਨੀਆ ਦਾ ਲਾਜਵਾਬ, ਬੇਮਿਸਾਲ ਔਰ ਸਭ ਤੋਂ ਕਾਮਯਾਬ ਕਪਲ ਹੈ। ਪਰ ਇਹ ਕਪਲ ਬਣਿਆ ਕਿਵੇਂ ਸੀ? ਆਪਸ ਦੇ ਵਿੱਚ ਤੁਹਾਡਾ ਮੇਲ ਕਦੋਂ ਹੋਇਆ ਔਰ ਕਿਵੇਂ ਹੋਇਆ ਸੀ? ਆਈ ਥਿੰਕ ਇਹ ਦੱਸਣਗੇ। ਚਲੋ ਸਰ, ਮੇਰੇ ਜਿੰਮੇ ਲੱਗ ਗਿਆ, ਮੈਂ ਦੱਸ ਦਿੰਦਾ ਸਰ। ਸਰ ਮੈਨੂੰ ਵਿੱਦਿਆ ਨਾਲ ਬਹੁਤ ਪਿਆਰ ਹੈ, ਇਹ ਤੁਸੀਂ ਨੋਟ ਕੀਤਾ ਹੀ ਹੈ ਮੇਰੀ ਗੱਲਬਾਤ ਤੋਂ ਵੀ, ਇਹ ਝਲਕਦਾ ਹੈ ਨਾ ਜੀ। ਮੈਂ ਤਾਰੀਫ ਨਹੀਂ ਕਰਦਾ, ਪਰ ਇਹ ਦਾਤ ਸਤਿਗੁਰੂ ਦੀ ਹੈ ਤੇ ਮੈਂ ਸ਼ੇਅਰ ਕਰ ਰਿਹਾ ਤੁਹਾਡੇ ਨਾਲ। ਮੈਂ ਅਸਲ 'ਚ ਦਿੱਲੀ ਗਿਆ ਜੀ, 2004 ਦੀ ਗੱਲ ਹੈ। ਸਾਡੇ ਕਾਲਜ ਸਕੀਮ ਆਈ ਸੀ ਕਿ ਹੈਪਸਨ, ਹਾਇਰ ਐਜੂਕੇਸ਼ਨ ਵਿਦ ਪਰਸਨ ਵਿਦ ਸਪੈਸ਼ਲ ਨੀਡਸ, ਹਾਇਰ ਐਜੂਕੇਸ਼ਨ ਫॉर ਪਰਸਨ ਵਿਦ ਸਪੈਸ਼ਲ ਨੀਡਸ। ਉਹ ਐਕਸਪਲੋਰ ਕਰਨ ਵਾਸਤੇ ਮੈਂ ਦਿੱਲੀ ਗਿਆ। ਜਦੋਂ ਮੈਂ NAV ਪਹੁੰਚਿਆ ਸਰ, ਉਦੋਂ ਮੈਂ ਪਹਿਲੀ ਵਾਰੀ ਜੌਜ਼ ਸੌਫਟਵੇਅਰ ਸੁਣਿਆ ਸੀਗਾ, ਇਹ ਜਿਹੜਾ ਤੁਹਾਨੂੰ ਪੜ੍ਹ ਕੇ ਦੀਪਿਕਾ ਜੀ ਦਿਖਾ ਰਹੇ ਸੀ ਨਾ। ਜਦੋਂ ਉਹ ਸਕਰੀਨ ਰੀਡਰ ਸੌਫਟਵੇਅਰ ਦੇਖਿਆ, ਮੈਂ ਕਿਹਾ ਮੈਂ ਕਿਹੜੀ ਦੁਨੀਆ 'ਚ ਆ ਗਿਆ, ਮੈਂ ਤਾਂ ਜਾਪਾਨ 'ਚ ਪਹੁੰਚ ਗਿਆ, ਸ਼ਾਇਦ ਇੰਡੀਆ 'ਚ ਨਹੀਂ ਹੈਗਾ ਮੈਂ ਇਸ ਵੇਲੇ। ਕਿਉਂਕਿ ਮਤਲਬ ਮੈਂ ਵੀ ਪੜ੍ਹ ਲਿਖੂੰਗਾ ਆਪਣੇ ਆਪ, ਨਹੀਂ ਤਾਂ ਮੈਂ ਪੜ੍ਹ ਕੇ ਇਸ ਦੀ ਹੈਲਪ ਨਾਲ ਹੀ ਪੜ੍ਹਦਾ ਸੀ ਅੱਗੇ। ਤਾਂ ਜਦੋਂ ਮੈਨੂੰ ਪਤਾ ਲੱਗਿਆ, ਉੱਥੇ ਮੈਨੂੰ ਦੀਪਿਕਾ ਜੀ ਮਿਲ ਗਏ NAB ਵਿੱਚ। ਇਹਨਾਂ ਨੇ ਮੈਨੂੰ ਉਸ ਲਾਇਬ੍ਰੇਰੀ ਬਾਰੇ, ਉਹਨਾਂ ਬੁੱਕਸ ਬਾਰੇ, ਸਾਡੇ ਕੋਲ ਕੀ ਕੀ ਹੈਗਾ ਸਭ ਦੱਸਿਆ ਇਹਨਾਂ ਨੇ। ਸਾਡਾ 2004 'ਚ ਮਿਲਣਾ ਹੋਇਆ ਇੱਕ ਦੂਜੇ ਨਾਲ ਇਹਨਾਂ ਕਿਤਾਬਾਂ ਦੇ ਮਾਧਿਅਮ ਨਾਲ ਜੀ। ਅਸੀਂ ਫਿਰ ਜੁੜੇ ਰਹੇ ਆਪਸ ਵਿੱਚ 5-7 ਸਾਲ। ਥੋੜ੍ਹਾ ਜਿਹਾ ਸੰਘਰਸ਼ ਰਿਹਾ ਪਰਿਵਾਰਿਕ ਤੌਰ 'ਤੇ, ਚਿੰਤਾ ਸੀ ਵੀ ਦੋਨੋਂ ਇੱਕੋ ਜਿਹੇ ਹੋ ਜਾਣਗੇ ਤਾਂ ਕਿੱਦਾਂ ਕੰਮ ਚੱਲੇਗਾ। ਸਾਡੇ ਮਨ 'ਚ ਆਈਡੀਆ ਆਉਣਾ ਸ਼ੁਰੂ ਹੋ ਗਿਆ ਸੀਗਾ ਵੀ ਅਸੀਂ ਇੱਕ ਦੂਜੇ ਦੇ ਲਾਈਫ ਪਾਰਟਨਰ ਬਣ ਸਕਦੇ ਹਾਂ ਜੀ। ਅਸੀਂ ਸ਼ਾਇਦ ਕੁਝ ਇਕੱਠੇ ਮਿਲ ਕੇ ਹੋਰ ਆਪਣੀ ਜ਼ਿੰਦਗੀ ਨੂੰ ਬਿਹਤਰ ਕਰ ਲਈਏ, ਸ਼ਾਇਦ ਸਾਡੇ ਐਕਸਪੀਰੀਅੰਸ ਇੱਕ ਦੂਜੇ ਦੇ ਕੰਮ ਆ ਜਾਣਗੇ। ਐਜ਼ ਵਿਜ਼ੂਅਲੀ ਚੈਲੰਜ ਪਰਸਨ ਹੈ ਨਾ ਜੀ, ਸਾਡੇ ਮਨ 'ਚ ਇੱਛਾ ਜਾਗ ਪਈ ਸੀ। ਪਰ ਸਾਡੇ ਮਾਂ-ਬਾਪ, ਸਾਡੇ ਸਾਰੇ ਇਹ ਸੋਚਦੇ ਸੀ ਵੀ ਇਹ ਦੋਨੋਂ ਇਕੱਠੇ ਹੋ ਗਏ ਤਾਂ ਕਰਨਗੇ ਕਿੱਦਾਂ, ਜ਼ਿੰਦਗੀ ਮੈਨੇਜ ਕਿੱਦਾਂ ਕਰਨਗੇ। ਫਿਰ ਮੈਂ ਆਪਣੇ ਮਾਂ-ਬਾਪ ਨੂੰ ਹੌਲੀ ਹੌਲੀ ਕਨਵਿੰਸ ਕੀਤਾ ਕਿ ਸ਼ਾਇਦ ਸਾਡੇ ਤਜਰਬੇ ਸਾਡੇ ਕੰਮ ਆ ਜਾਣਗੇ। ਤਾਂ ਉਹ ਫਿਰ ਉਹਦੇ ਰਿਜ਼ਲਟ ਵਜੋਂ 2011 ਸਾਡੀ ਫਿਰ ਸ਼ਾਦੀ ਹੋ ਗਈ ਸਰ। ਦੀਪਿਕਾ ਮੈਮ, ਜਦੋਂ ਵਿਆਹ ਹੋ ਗਿਆ, ਨੋ ਡਾਊਟ ਹੈ ਘਰਦਿਆਂ ਨੂੰ ਵੀ ਥੋੜੀ ਟੈਨਸ਼ਨ ਹੋਊਗੀ ਵੀ ਦੋਨੋਂ ਨੂੰ ਪ੍ਰੋਬਲਮ ਇਹ ਜਿਹੜੀ ਫੇਸ ਕਰਨੀ ਪੈ ਰਹੀ ਹੈ। ਫਿਰ ਇਕੱਠੇ ਕਿਵੇਂ ਅੱਗੇ ਬੱਚੇ, ਕਿਵੇਂ ਫੈਮਿਲੀ ਚੱਲੂਗੀ? ਤੁਸੀਂ ਕਿੱਦਾਂ ਮੈਨੇਜ ਕੀਤਾ, ਕਿਵੇਂ ਇਹ ਜਿਹੜਾ ਜ਼ਿੰਦਗੀ ਨੂੰ ਅੱਗੇ ਕਿਵੇਂ ਤੋਰਿਆ? ਬਹੁਤ ਮਜ਼ੇਦਾਰ ਹੁੰਦਾ ਹੈ ਕਿ ਜਦੋਂ ਸਾਡੀ ਮੈਰਿਜ ਹੋ ਗਈ, ਸਾਡੀ ਬੇਟੀ ਹੈ, ਉਹ 8 ਸਾਲ ਦੀ ਹੈ, ਇੱਥੇ ਕਨਵੈਂਟ ਸਕੂਲ 'ਚ ਜਾ ਰਹੀ ਹੈ, ਉਸ ਸਾਈਟਿਡ ਹੈ, ਕੋਈ ਪ੍ਰੋਬਲਮ ਨਹੀਂ ਉਹਨੂੰ। ਮੈਨੂੰ ਉਹਦਾ ਕੰਮ ਕਰਨ ਦਾ ਬੜਾ ਮਜ਼ਾ ਆਉਂਦਾ ਸੀ। ਉਹਨੂੰ ਨੁਹਾਉਣਾ ਹੈ, ਉਹਨੂੰ ਖਾਣਾ ਖਿਲਾਣਾ ਹੈ, ਜਾਂ ਕਿਚਨ 'ਚ ਕੰਮ। ਪਹਿਲੇ ਮੈਂ ਇੰਨਾ ਕਿਚਨ 'ਚ ਕਦੀ ਕੰਮ ਨਹੀਂ ਕੀਤਾ ਸੀ, ਕਿਉਂਕਿ ਮੈਂ ਆਪਣੀ ਮਾਸਟਰਸ ਕਰਕੇ ਤੇ ਮੈਂ ਜੌਬ ਸ਼ੁਰੂ ਕਰਤੀ ਸੀ। तो दिल्ली थानू पता है अलग स्टाइल होंदा है, 2 घंटे आना 2 घंटे जाना, 8 घंटे होते तो 12 घंटे बाहर ही रहना, तो 12 फिर घर आके कोई खास टाइम ਇੱਥੇ ਆ ਕੇ ਮੈਨੂੰ ਕਿਚਨ 'ਚ ਐਕਸਪੈਰੀਮੈਂਟਸ ਕਰਨ ਦਾ ਵੀ ਟਾਈਮ ਮਿਲਦਾ ਸੀ। ਪੰਜਾਬ 'ਚ ਪਹੁੰਚ ਗਏ ਨਾ, ਖਾਣ ਪੀਣ ਨੂੰ ਤਾਂ ਪਹਿਲਾਂ ਹੀ ਬਹੁਤ ਸ਼ੌਕੀਨ ਨੇ ਪੰਜਾਬੀ। ਵੈਸੇ ਵੀ ਅਸੀਂ ਪੰਜਾਬੀ ਆ ਸ਼ੁਰੂ ਤੋਂ, ਮਲੇਰਕੋਟਲੇ ਦਾ ਮੇਰਾ ਹੋਮ ਟਾਊਨ ਹੈ। ਤੇ ਮੈਨੂੰ ਫਿਰ ਬੇਟੀ ਨੂੰ ਲਿਖਾਣਾ ਮਤਲਬ ਵੱਡੀ ਹੁੰਦੀ ਗਈ ਸਭ ਕੁਝ। ਆਲਦੋ ਮੇਰੇ ਮਦਰ ਮੇਰੇ ਕੋਲ ਹੈ ਸਪੋਰਟ ਲਈ, ਬਟ ਮੇਰੇ ਮਦਰ ਵੀ ਕਈ ਵਾਰ ਬਾਹਰ ਚਲੇ ਜਾਂਦੇ 4-4 5-5 ਮਹੀਨਿਆਂ ਲਈ। ਉਦੋਂ ਸਿਰਫ ਸਾਡੇ ਕੋਲ ਅਸੀਂ ਫੁੱਲ ਟਾਈਮ ਵੀ ਕਦੀ ਨਹੀਂ ਰੱਖਿਆ, ਅਸੀਂ ਪਾਰਟ ਟਾਈਮ ਹੈਲਪਰਸ ਰੱਖਦੇ ਹਾਂ, ਕਿਉਂਕਿ ਫੁੱਲ ਟਾਈਮ ਲਈ ਹੁੰਦਾ ਕਿ ਜਦੋਂ ਨਹੀਂ ਹੈ, ਜਦੋਂ ਸਾਡੇ ਕੋਲ ਨਹੀਂ ਕੰਮ ਤੇ ਅਸੀਂ ਉਹਨਾਂ ਨੂੰ ਕਿੱਦਾਂ ਮੈਨੇਜ ਕਰੀਏ, ਤੇ ਅਸੀਂ ਪਾਰਟ ਟਾਈਮ ਹੈਲਪਰਸ ਰੱਖਦੇ ਹਾਂ। ਔਰ ਜਿੰਨੀ ਜ਼ਰੂਰਤ ਹੈ ਉਹਨਾਂ ਦੀ ਸਪੋਰਟ ਲਈ, ਬਾਕੀ ਕੁਛ ਚਾਹ ਬਣਾਉਣੀ, ਅਗਰ ਮੇਰੇ ਘਰ ਕੋਈ ਗੈਸਟ ਆ ਗਏ ਚਾਹ ਬਣਾਉਣੀ है तो मैंने कोई मुश्किल नहीं है। और कुछ करना है या अगर हेल्पर नहीं आई है तो खाना कितना बनाना है वो भी मैं मतलब चावल बनाने हैं या दाल बनानी है या कुछ भी इस तरह की कुकिंग करनी है मैं आराम नाल मैनेज कर सकती हूँ। इसे तो मैंने मज़ा आंदा सी बेटी नाल फिर उन्होंने पढ़ाना है। और तुहानू हैरानी होएगी कि वो बेटी पढ़ती मेरे तो ही है, ਉਹ ਹੋਰ ਕਿਸੇ ਕੋਲ ਉਹਨੇ ਬੈਠਣਾ ਹੀ ਨਹੀਂ, ਉਹਨੂੰ ਲੱਗਦਾ ਕਿ ਮੰਮਾ ਕੰਪਿਊਟਰ ਚਲਾਉਂਦੀ ਹੈ, ਮੰਮਾ ਹੀ ਮੇਰੇ ਕੋਲ ਪੜ੍ਹਾਏਗੀ ਔਰ ਨਹੀਂ ਕੋਈ ਪੜ੍ਹਾਏਗਾ। ਮੈਮ ਜਿਵੇਂ ਤੁਸੀਂ ਦੱਸਿਆ ਵੀ ਬੱਚੀ ਵੀ ਜਿਹੜੀ ਹੈ ਤੁਹਾਡੇ ਕੋਲੋਂ ਹੀ ਪੜ੍ਹਦੀ ਹੈ, ਬੜੀ ਖੁਸ਼ ਹੈ। ਔਰ ਮੈਂ ਸਾਨੂੰ ਇਹ ਵੀ ਪਤਾ ਲੱਗਿਆ ਵੀ ਬਹੁਤ ਸਾਰੇ ਬੱਚੇ ਵੀ ਆ ਤੁਹਾਡੇ ਕੋਲੋਂ ਟ੍ਰੇਨਿੰਗ ਲੈਣ ਆਉਂਦੇ ਨੇ, ਜਿਹੜੇ ਬੱਚੇ ਬਲਾਈਂਡ ਨੇ, ਦੇਖ ਨਹੀਂ ਪਾਉਂਦੇ ਨੇ। ਸੋ ਉਹ ਕਿਵੇਂ ਦੀ ਟ੍ਰੇਨਿੰਗ ਹੁੰਦੀ ਹੈ, ਕਿਵੇਂ ਪੜ੍ਹਾਉਂਦੇ ਔਰ ਕਿਹੜੇ ਕਿਹੜੇ ਬੱਚੇ ਆ ਜਿਹੜੇ ਅੱਜ ਕਾਮਯਾਬ ਵੀ ਹੋਏ ਨੇ, ਲੋਕਾਂ ਦੇ ਲਈ ਉਦਾਹਰਣ ਵੀ ਬਣੇ ਨੇ? ਮੈਂ ਉਹਨਾਂ ਬੱਚਿਆਂ ਦੇ ਬਾਰੇ ਵੀ ਜਾਣਨਾ ਚਾਹੂੰਗਾ। ਭਾਈ ਸਾਹਿਬ ਅਸੀਂ 2-3 ਤਰ੍ਹਾਂ ਦੀਆਂ ਟ੍ਰੇਨਿੰਗਸ ਕਰਵਾਈ ਹੈ।
ਜਿਹਦੇ ਨਾਲ ਇੱਕ ਤਾਂ ਇੰਡੀਪੈਂਡੈਂਟ ਰੀਡਿੰਗ ਔਰ ਰਾਈਟਿੰਗ ਕਿੱਦਾਂ ਹੋਏ। ਜਿੱਦਾਂ ਕੰਪਿਊਟਰ 'ਚ ਇੱਕ ਸੌਫਟਵੇਅਰ ਤੁਹਾਨੂੰ ਮੈਂ ਦਿਖਾਇਆ ਸੀ, ਦੇਖਿਆ ਸੀ ਤੁਸੀਂ, ਕਿ ਉਹ ਜੋ ਵੀ ਸਕਰੀਨ ਤੇ ਟੈਕਸਟ ਆ ਰਿਹਾ ਉਹਨੂੰ ਬੋਲ ਕੇ ਦੱਸਦਾ ਹੈ। ਉਹਦਾ ਨਾਮ ਹੈ NVDA। ਉਹ ਹਿੰਦੀ, ਪੰਜਾਬੀ, ਅੰਗਰੇਜ਼ੀ, ਗੁਜਰਾਤੀ, ਬੰਗਾਲੀ ਸਾਰੀਆਂ ਭਾਸ਼ਾ 'ਚ ਕੰਮ ਕਰਦਾ ਹੈ, ਇੰਡੀਅਨ ਲੈਂਗੁਏਜਸ 'ਚ। ਉਹ ਫ੍ਰੀ ਆਫ ਕਾਸਟ ਹੈ। ਉਹਦੇ ਨਾਲ ਬੱਚੇ ਆਰਾਮ ਨਾਲ ਆਪਣਾ ਲਿਖ ਕੇ ਡਾਕੂਮੈਂਟੇਸ਼ਨ ਕਰ ਸਕਦੇ ਆ, ਕੋਈ ਦਿੱਕਤ ਨਹੀਂ ਹੈ। ईमेल चेक करनी है, इंटरनेट ब्राउज करना है, माइक्रोसॉफ्ट एक्सेल करना है, वर्ड करना है, स्लाइड शो बनाना है, सब काम पॉसिबल है। फिर असी ट्रेनिंग दिंदे आ बच्चों नूं कि किताबां बच्चों दी प्रोवाइड करवाई दी है, जिहड़ा कि थोड़ा महंगा प्रोजेक्ट है फ्रैंकली स्पीकिंग। और वो बच्चों नूं असी पहली तो लैके PhD लेवल की किताब होए, कोई कॉम्पीटेटिव एग्जाम्स की भी किताब हो। बहुत कुछ बच्चे साढ़े IAS भी क्लीयर किया। एक बच्चे ने पिछले साल पंजाब तो अमृतसर तो रुपेश नाम है उन्होंने, वो किताबें साढ़े तो लेंदे से। इस तरह हर लेवल की असी टॉकिंग बुक्स बनाई दी है। टॉकिंग बुक्स भी मैं कह सकती हूँ एक्सेसिबल बुक्स बनाई दी है। वो बच्चे पूरी तरह नेविगेट कर सकते हैं, पर्टिकुलर पेज पर जा सकता है, चैप्टर पर जा सकता है। उन्होंने यानी कि सारी किताब ही पढ़नी ज़रूरी है। जिदा तुसी किताब देख के कंटेंट्स देख के जिस चैप्टर से जाना चाहो उसी तरीके वो पढ़ सकता है। और मोबाइल की ट्रेनिंग, मोबाइल आजकल टच स्क्रीन है तो मोबाइल एक स्क्रीन रीडिंग सॉफ्टवेयर्स होंगे, जिदा एंड्रॉयड है उत्थे टॉकबैक होंदा है, आईफोन है उत्थे वॉइस ओवर होंदा है। वो सानू सारे काम करने की हेल्प करता है। किताब नाम पूछे सर, ध्रुव एग्जाम्पल है बहुत वड्डी साढ़े सामने। 98.2% वो बच्चे ने +2 कॉमर्स की है, आप कंप्यूटर के पेपर लिखे है जी। रुपेश एग्जाम्पल होगी सर। एक शरणजीत नाम की लड़की है सर, वो इस वेले उन्हें हिस्ट्री च MA कर चुकी है जी। वो और एक बच्ची है ज्योति करके साढ़े को पढ़ के गई है, उन्हें MA की मेरे को म्यूजिक, पर उन्हें कंप्यूटर ट्रेनिंग की, इसलिए PNB सिलेक्ट हो चुकी है, बैंक सर्विस कर रही है जी वो। ਅੱਛਾ ਸਰ, ਆਪਾਂ ਧਰੁਵ ਦੀ ਗੱਲ ਕੀਤੀ ਹੈ, ਤੁਸੀਂ ਅਸੀਂ ਕੋਸ਼ਿਸ਼ ਕਰਾਂਗੇ ਆਪਾਂ ਧਰੁਵ ਤੱਕ ਕੀ ਪਹੁੰਚੀਏ, ਉਹਦੇ ਨਾਲ ਵੀ ਗੱਲਬਾਤ ਕਰੀਏ, ਉਹਦੇ ਵੀ ਵਿਚਾਰ ਜਾਣੀਏ। ਧਰੁਵ ਦੇ ਬਾਰੇ ਵੀ ਥੋੜਾ ਜਿਹਾ ਤੁਸੀਂ ਵੀ ਇੱਕ ਵਾਰੀ ਦਰਸ਼ਕਾਂ ਨੂੰ ਦੱਸ ਦਿਓ ਵੀ ਕਿਵੇਂ ਉਹ ਬੱਚਾ ਸੀਗਾ, ਕਿਵੇਂ ਡਿਫਿਕਲਟੀ ਆਈ ਔਰ ਕਿਵੇਂ ਉਹਨੇ ਕਾਮਯਾਬੀ ਹਾਸਲ ਕੀਤੀ। देखो सर, ध्रुव एक ऐसा छोटा ਜਿਹਾ ਮਾਸੂਮ ਬੱਚਾ ਉਦੋਂ ਚੌਥੀ ਪੰਜਵੀਂ ਸੀਗਾ ਸਾਡੇ ਸੰਪਰਕ 'ਚ ਆਇਆ। ਉਦੋਂ ਉਹ ਜਲੰਧਰ ਵਿੱਚ ਇੱਕ ਬਲਾਈਂਡ ਸਕੂਲ ਹੈ, ਸਕੂਲ ਫॉर द ਬਲਾਈਂਡ ਕਹਿ ਲਓ ਹੈ, ਉੱਥੇ ਉਹ ਪੜ੍ਹ ਰਿਹਾ ਸੀਗਾ। ਤੇ ਉਹ ਮੇਰੇ ਕੋਲ ਮਿਊਜ਼ਿਕ ਦੀ ਟ੍ਰੇਨਿੰਗ ਲੈਣ ਵਾਸਤੇ ਘਰ ਆਉਣਾ ਸ਼ੁਰੂ ਕੀਤਾ ਉਹਨੇ, ਤੇ ਉਹਨੂੰ ਮੈਂ ਤਿਆਰੀ ਕਰਵਾਈ, ਪਰਮਾਤਮਾ ਨੇ ਕਿਰਪਾ ਕੀਤੀ, ਉਹ ਹਰਬੱਲਭ 'ਚ ਪਾਰਟਿਸਿਪੇਟ ਕੀਤਾ, ਉੱਥੇ ਫਸਟ ਪ੍ਰਾਈਜ਼ ਆ ਗਿਆ। ਉਸ ਤੋਂ ਬਾਅਦ ਕੁਦਰਤੀ ਐਸਾ ਮਾਹੌਲ 'ਚ ਵੀ ਦੀਪਿਕਾ ਜੀ ਵੀ ਅਵੇਲੇਬਲ ਸੀ ਘਰ 'ਚ। ਇਹਨਾਂ ਨੇ ਕਿਹਾ ਇਸ ਬੱਚੇ ਦਾ ਕਿੱਦਾਂ ਰੁਝਾਨ, ਇਹਨੂੰ ਆਪਾਂ ਨਾਰਮਲ ਸਕੂਲ 'ਚ ਕਿਉਂ ਨਾ ਪਾਈਏ, ਇਹਨੂੰ ਆਪਾਂ ਬਲਾਈਂਡ ਸਕੂਲ 'ਚ ਨਹੀਂ ਪੜ੍ਹਾਉਣਾ, ਕਿਉਂਕਿ ਬਲਾਈਂਡ ਸਕੂਲ 'ਚ ਲਿਮਿਟਾਈਜ਼ਡ ਮਾਹੌਲ ਮਿਲ ਪਾਉਂਦਾ ਹੈ ਨਾ ਜੀ। ਤਾਂ ਇਹਨਾਂ ਨੇ ਫਿਰ ਐਫਰਟ ਸ਼ੁਰੂ ਕੀਤੇ। MGN ਪਬਲਿਕ ਸਕੂਲ ਦੇ ਅਰਬਨ ਸਟੇਟ ਵਿੱਚ ਪ੍ਰਿੰਸੀਪਲ ਸਾਹਿਬ ਨੂੰ ਜਾ ਕੇ ਮਿਲੇ। ਉਹਨਾਂ ਨੇ ਸ਼ੁਰੂ ਤੋਂ ਉਹ ਵੀ ਹੈਜ਼ੀਟੈਂਟ ਸੀ ਵੀ ਅਸੀਂ ਕਿੱਦਾਂ ਕਰਾਂਗੇ। ਅਸੀਂ 2-4-6 ਮਹੀਨੇ ਫੋਲੋ ਅਪ ਕਰਦੇ ਰਹੇ। ਅਸੀਂ ਕਿਹਾ ਸਰ ਤੁਸੀਂ ਵਿਸ਼ਵਾਸ ਰੱਖੋ ਵੀ ਤੁਹਾਨੂੰ ਕੋਆਪਰੇਟ ਕਰਾਂਗੇ, ਤੁਹਾਡੇ ਤੋਂ ਸਾਨੂੰ ਇੰਨੀ ਕੋਆਪਰੇਸ਼ਨ ਚਾਹੀਦੀ, ਬੱਚੇ ਨੂੰ ਐਡਮਿਸ਼ਨ ਦੇ ਦਿਓ ਇੱਕ ਵਾਰੀ। ਆਖਿਰਕਾਰ ਅਸੀਂ ਮਨਾ ਲਿਆ ਜੀ, ਉਹਨਾਂ ਨੂੰ ਮੰਨ ਗਏ ਉਹ, ਹਾਂਜੀ। ਔਰ ਜਦੋਂ ਬੱਚੇ ਨੇ ਜਾ ਕੇ ਉੱਥੇ ਆਪਣੀ ਪਰਫਾਰਮੈਂਸ ਦਿਖਾਈ ਤਾਂ ਉਹ ਸਾਰਾ ਸਟਾਫ ਸਾਰਾ ਸਭ ਕੁਝ ਉਹਨਾਂ ਦੇ ਨਾਲ ਹੋ ਗਿਆ ਜੀ। ਹੌਲੀ ਹੌਲੀ ਉਹ ਬੱਚੇ ਨੇ ਮੈਟ੍ਰਿਕ ਦੇ ਪੇਪਰ 'ਚ 94% ਮਾਰਕਸ ਲੈ ਲਏ, ਤਾਂ ਉਹ ਪ੍ਰਿੰਸੀਪਲ ਸਾਹਿਬ ਹੋਰ ਖੁਸ਼ ਹੋ ਗਏ। ਹੁਣ ਉਹਨੇ 98.2% ਮਾਰਕਸ ਲਏ। ਔਰ ਅਗਲੀ ਖੁਸ਼ੀ ਦੀ ਗੱਲ ਕੀ ਹੋਗੀ, ਹੁਣ ਉਹ JD ਸਾਹਿਬ ਜਿਹੜੇ ਪ੍ਰਿੰਸੀਪਲ ਹੈ ਉਹ ਕਹਿੰਦੇ ਸਾਗਰ ਸਰ ਕੋਈ ਬੱਚਾ ਹੋਰ ਹੋਵੇ ਮੈਂ ਰਸਤਾ ਖੋਲਤਾ, ਮੈਂ ਤਿਆਰ ਹਾਂ ਬੱਚਿਆਂ ਨੂੰ ਐਡਮਿਸ਼ਨ ਦੇਣ ਵਾਸਤੇ, ਹੈ ਨਾ ਜੀ। ਇਸ ਤਰ੍ਹਾਂ ਸਾਡੀ ਸਾਰੇ ਪ੍ਰਿੰਸੀਪਲ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਰਾਹੀਂ ਕਿ ਤੁਸੀਂ ਹਿੰਮਤ ਤਾਂ ਕਰੋ, ਸਾਡੇ ਸਿਰ ਤੇ ਹੱਥ ਰੱਖੋ, ਇੱਕ ਵਾਰੀ ਮਾੜਾ ਜਿਹਾ ਹੱਥ ਪਕੜੋ ਤੇ ਅਸੀਂ ਤੁਹਾਨੂੰ ਉਡਾਰੀਆਂ ਭਰ ਕੇ ਦਿਖਾਵਾਂਗੇ ਪੱਕਾ। ਜੀ ਬਿਲਕੁਲ ਮੈਮ, ਤੁਸੀਂ ਧਰੁਵ ਦੀ ਗੱਲ ਕੀਤੀ, ਨੋ ਡਾਊਟ ਹੈ ਤੁਹਾਡੀ ਸਪੋਰਟ ਹੋ ਗਈ, ਉਹਨੂੰ ਤੁਹਾਡੀ ਫੈਮਿਲੀ ਦੀ ਸਪੋਰਟ ਹੋ ਗਈ। ਪੰਜਾਬ ਸਰਕਾਰ ਦੇ ਵੱਲੋਂ ਕੋਈ ਸੰਸਥਾ ਦੀ ਜਾਂ ਜਿਹੜੇ ਬਲਾਈਂਡ ਬੱਚੇ ਨੇ ਜਿਹੜੇ ਨਹੀਂ ਦੇਖ ਪਾਉਂਦੇ ਨੇ ਉਹਨਾਂ ਦੇ ਲਈ ਕੁਝ ਉਪਰਾਲੇ ਕੀਤੇ ਜਾ ਰਹੇ ਨੇ, ਕੁਝ ਹੈ ਉਹਨਾਂ ਦੇ ਵਾਸਤੇ ਐਫਰਟ ਪੰਜਾਬ ਸਰਕਾਰ ਦੇ? ਜੀ ਭਾਈ ਸਾਹਿਬ, ਜਿੱਦਾਂ ਸਰਕਾਰ ਕਾਫੀ ਕੁਝ ਕਰਨ ਦੀ ਕੋਸ਼ਿਸ਼ ਕਰਦੀ ਹੈ, ਲੇਕਿਨ ਜਿੱਦਾਂ ਹੁਣ ਪੰਜਾਬ ਬੋਰਡ ਨੂੰ ਅਸੀਂ ਇੱਕ ਰਿਕੁਐਸਟ ਕਰਨਾ ਚਾਹੁੰਦੇ ਹਾਂ ਕਿ ਜਿੱਦਾਂ ਉਹਨਾਂ ਨੇ ਮੈਂਟਲੀ ਹੈਂਡੀਕੈਪ ਨਾਲ ਵਿਜ਼ੂਅਲੀ ਹੈਂਡੀਕੈਪ ਨੂੰ ਵੀ ਸੇਮ ਕੁਐਸਚਨ ਪੇਪਰ ਦਿੱਤਾ, ਅਸੀਂ ਚਾਹੁੰਦੇ ਹਾਂ ਕਿ ਇਹ ਹਟਾ ਕੇ ਵਿਜ਼ੂਅਲੀ ਹੈਂਡੀਕੈਪ ਨੂੰ ਜਿਹੜਾ ਸਾਈਟਡ ਬੱਚਿਆਂ ਨੂੰ ਕੁਐਸਚਨ ਪੇਪਰ ਆਉਂਦਾ ਉਹੀ ਕੁਐਸਚਨ ਪੇਪਰ ਉਹਨਾਂ ਨੂੰ ਦਿੱਤਾ ਜਾਏ, ਤਾਂ ਕਿ ਵਿਜ਼ੂਅਲੀ ਹੈਂਡੀਕੈਪ ਜੇ ਲਿਮਿਟਿਡ ਸਟੱਡੀ ਕਰੇਗਾ ਤਾਂ ਉਹਨੂੰ ਹਾਇਰ ਸਟੱਡੀ ਕਰਨ ਦੀ ਬਹੁਤ ਦਿੱਕਤ ਆ ਜਾਏਗੀ। ਇਸ ਤਰ੍ਹਾਂ ਪੰਜਾਬ ਦੇ ਬੱਚਿਆਂ ਦਾ ਇੱਕ ਫਿਊਚਰ, ਕਿਉਂਕਿ ਹੋਰ ਕਿਸੇ ਵੀ ਮੇਰੀ ਕਾਫੀ ਹੋਰ ਲੋਕਾਂ ਨਾਲ ਵੀ ਅਲੱਗ-ਅਲੱਗ ਸਟੇਟਸ ਤੋਂ ਗੱਲ ਹੋਈ ਹੈ, ਕਿਸੇ ਵੀ ਸਟੇਟ 'ਚ ਇੰਡੀਆ 'ਚ ਇਹ ਇੰਦਾ ਇੰਪਲੀਮੈਂਟ ਨਹੀਂ ਹੋਇਆ ਜੋ ਸਾਈਟਡਲੀ ਪੇਪਰ ਆ ਰਿਹਾ ਉਹੀ ਪੇਪਰ ਵਿਜ਼ੂਅਲੀ ਇੰਪੇਅਰਡ ਆ। CBSE 'ਚ ਵੀ ਔਰ ਸਟੇਟ ਬੋਰਡਸ ਵੀ ਇਸ ਤਰ੍ਹਾਂ ਹੀ ਕਰ ਰਹੇ ਹੈ। ਤੇ ਪੰਜਾਬ ਬੋਰਡ ਨੂੰ ਰਿਕੁਐਸਟ ਹੋਏਗੀ ਕਿ ਅਗਰ ਚੇਂਜ ਕਰ ਦੇਣ
ਤੇ ਬਹੁਤ ਵੱਡੀ ਬੱਚਿਆਂ ਲਈ ਹੋਏਗੀ। ਔਰ ਇੱਕ ਦੂਸਰੀ ਗੱਲ, ਮੈਥਸ ਔਰ ਸਾਇੰਸ ਨੂੰ ਆਪਸ਼ਨਲ ਰੱਖਣਾ ਚਾਹੀਦਾ ਹੈ, ਕਿਉਂਕਿ ਜੇ ਅਸੀਂ ਮੈਥ ਸਾਇੰਸ, ਕਿਉਂਕਿ ਮੈਂ ਖੁਦ 10th ਤੱਕ ਮੈਥ ਸਾਇੰਸ ਪੜ੍ਹਿਆ, ਧਰੁਵ ਨੇ ਮੈਥ ਸਾਇੰਸ 12ਵੀਂ ਤੱਕ ਪੜ੍ਹਿਆ, ਔਰ ਹੋਰ ਬੱਚੇ ਬਹੁਤ ਦਿੱਲੀ 'ਚ ਇੰਜੀਨੀਅਰਿੰਗ ਕਰ ਰਹੇ ਹੈ, ਬੜਾ ਕੁਝ ਕਰ ਰਹੇ ਹੈ। ਔਰ ਅੱਜ ਕੱਲ੍ਹ ਉਹਨਾਂ ਲਈ ਟੈਕਟਾਈਲ ਬੁੱਕਸ ਹੈ, ਸਾਇੰਸ ਮੈਥਸ ਦੀਆਂ ਟੈਕਟਾਈਲ ਬੁੱਕਸ ਹੈਗੀਆਂ, ਜਿਹਨੂੰ ਦੇਖ ਕੇ ਬੱਚੇ ਆਰਾਮ ਨਾਲ ਸਾਇੰਸ ਮੈਥਸ ਕਰ ਸਕਦੇ ਹੈ। ਇਹਨੂੰ ਆਪਸ਼ਨਲ ਕਰ ਦੇਣਾ ਚਾਹੀਦਾ ਹੈ, ਇਹ ਨਹੀਂ ਕਿ ਇਹਨੂੰ ਬਿਲਕੁਲ ਹੀ ਖਤਮ ਕਰ ਦਿੱਤਾ ਜਾਏ, ਕਿਉਂਕਿ ਜਦੋਂ ਬੱਚਾ 10ਵੀਂ ਤੱਕ ਅਗਰ ਨਹੀਂ ਪੜ੍ਹੇਗਾ ਤਾਂ ਉਹਦੀ ਲੌਜੀਕਲ ਥਿੰਕਿੰਗ ਕਿੱਦਾਂ ਡਿਵੈਲਪ ਹੋਏਗੀ, ਔਰ ਉਹ ਤੋਂ ਵੀ ਜ਼ਿਆਦਾ ਕਿੱਦਾਂ ਕੰਪੀਟੀਟਿਵ ਐਗਜ਼ਾਮਸ ਨੂੰ ਫੇਸ ਕਰੇਗਾ। ਉੱਥੇ ਤਾਂ ਹਰ ਸੈਕਸ਼ਨ 'ਚੋਂ ਪੇਪਰ ਆਨੇ ਹੈ। ਤੇ ਸਾਡੀ ਰਿਕਵੈਸਟ ਹੋਏਗੀ ਗਵਰਨਮੈਂਟ ਅਗਰ ਇਹ ਕਰਵਾ ਸਕੇ ਪੰਜਾਬ ਬੋਰਡ ਤੋਂ ਤੇ ਬਹੁਤ ਅੱਛਾ ਹੋਏਗਾ। ਬਹੁਤ ਸਾਰੇ ਨਾ ਲੋਕਾਂ ਦੇ ਮਨ 'ਚ ਵਹਿਮ ਹੋਏਗਾ ਵੀ ਸ਼ਾਇਦ ਇਹਨਾਂ ਨੇ ਕੋਈ ਹੈਲਪਰ ਰੱਖਿਆ ਹੋਊਗਾ ਜਾਂ ਕਿਸੇ ਦੀ ਮਦਦ ਦੇ ਨਾਲ ਕੰਮ ਕਰਦੇ ਹੋਣਗੇ, ਪਰ ਅਸੀਂ ਜਿਸ ਤਰੀਕੇ ਨਾਲ ਨੇੜੇ ਆ ਕੇ ਤੁਹਾਨੂੰ ਦੇਖਿਆ, ਤੁਸੀਂ ਫੁੱਲੀ ਇੰਡੀਪੈਂਡੈਂਟ ਹੋ। ਮੈਨੂੰ ਲੱਗਦਾ ਇੱਕ ਨਾਰਮਲ ਇਨਸਾਨ ਨਾਲੋਂ 2 ਕਦਮ ਅੱਗੇ ਹੀ ਚੱਲਦੇ ਹੋ। ਇੰਜੋਏ ਕਰਦੇ ਹੋ ਲਾਈਫ ਨੂੰ ਇਹਨਾਂ ਹਾਲਾਤਾਂ 'ਚ ਵੀ? ਅਸੀਂ ਤਾਂ ਪੂਰਾ ਕਰਦੇ। ਮਦਰ ਮੇਰੇ ਬਹੁਤ ਵਾਰ ਗਏ ਹੁੰਦੇ ਤੇ ਅਸੀਂ ਹਰ ਕੰਮ ਕਰੀਦਾ, ਅਸੀਂ ਬਾਹਰ ਵੀ ਘੁੰਮਣ ਜਾਈਦਾ, ਮਤਲਬ ਜਿੱਥੇ ਜੋ ਪਿਕਚਰ ਦੇਖਣ ਵੀ ਚਾਹੀਦਾ। ਹਾਂ, ਸੁਪਿੰਦਰ ਜੀ ਦਾ ਅਰਮਾਨ ਮੈਂ ਵੀ ਪੂਰਾ ਕਰ ਦਿੰਦਾ। ਅਸੀਂ ਜਿਵੇਂ ਸਰਦੀਆਂ ਸੀਗੀਆਂ ਤਾਂ ਅਸੀਂ ਕਿਹੜੇ ਮਾਲ ਤੇ ਗਏ ਸੀਗੇ, ਜਦੋਂ ਕੋਟ ਲੈ ਕੇ ਆਏ ਆਪਾਂ, ਕਿਹੜਾ ਅਸੀਂ ਸ਼ਾਪਿੰਗ ਕਰਨ ਗਏ ਮੌਂਟੇ ਕਾਰਲੋ ਸ਼ਾਪ ਤੇ। ਅਸੀਂ ਦੋਨੋਂ ਹਸਬੈਂਡ ਵਾਈਫ ਗਏ, ਹੋਰ ਕੋਈ ਮਦਰ ਨਹੀਂ ਸੀ, ਕੋਈ ਨਹੀਂ ਸੀ ਸਾਡੇ ਨਾਲ। ਅਸੀਂ ਦੋਨੋਂ ਆਪਣਾ ਆਪ ਕਲਰ ਚੂਜ਼ ਕੀਤਾ। ਅਸੀਂ ਥੋੜੀ ਦੇਖੋ, ਤੁਸੀਂ ਹੁਣ ਜੇ ਸਾਡੇ ਨਾਲ ਹੋ ਤਾਂ ਤੁਹਾਨੂੰ ਤੁਸੀਂ ਡਿਫਰੈਂਸ਼ੀਏਟ ਕਰਕੇ ਦੱਸੋਗੇ, ਪ੍ਰੇਮ ਸਾਗਰ ਜੀ ਇਹ ਬਰਾਊਨ ਹੈ, ਇਹ ਬਲੂ ਹੈ, ਇਹਦੇ ਬਰਾਊਨ ਡਾਰਕ ਹੈ, ਲਾਈਟ ਹੈ, ਫਿਰ ਸਾਨੂੰ ਕਿਹੜਾ ਸੂਟ ਕਰੂਗਾ। ਮਤਲਬ ਇਨਵੋਲਵ ਹੋ ਜਾਈਦਾ ਪੂਰਾ। ਲੋਕਾਂ ਦੇ ਮਨਾਂ 'ਚ ਤਾਂ ਵਹਿਮ ਇਹ ਵੀ ਹੋਊਗਾ ਵੀ ਸ਼ਾਇਦ ਜੌਬ ਕਿਵੇਂ ਮਿਲੀ ਇਹਨਾਂ ਨੂੰ, ਕਿੱਦਾਂ ਕਰਦੇ ਹੋਣਗੇ। ਮੈਨੂੰ ਲੱਗਦਾ ਉਹ ਵੀ ਇੱਕ ਬੜੀ ਹੌਸਲੇ ਵਾਲੀ ਗੱਲ ਹੈ। ਮੈਮ ਨੇ ਸੁਣਿਆ ਬਹੁਤ ਸਾਰੀਆਂ ਕੰਪਨੀਜ਼ ਦੇ ਵਿੱਚ ਜੌਬ ਕੀਤੀ ਹੈ, ਜਿਹੜੀਆਂ ਨਾਮੀ ਕੰਪਨੀਆਂ ਨੇ। ਮੈਂ ਚਾਹੂੰਗਾ ਵੀ ਉਹ ਤੁਸੀਂ ਕੰਪਨੀਜ਼ ਦੇ ਨਾਮ ਵੀ ਦੱਸੋ, ਔਰ ਦੱਸੋ ਵੀ ਮੈਂ ਨਾਰਮਲੀ ਜਿਹੜੀਆਂ ਜੁਆਇਨ ਕੀਤੀਆਂ ਸੀ। ਹਾਂਜੀ, ਮੈਂ ਇੱਕ ਵੋਡਾਫੋਨ ਕੰਪਨੀ ਹੈ ਬੜੀ ਰਿਨਾਊਨ, ਉਹਦੇ ਵਿੱਚ ਮੈਂ 2006 ਦੀ ਗੱਲ ਹੈ, ਉਦੋਂ ਇੱਕ ਚੈਲੰਜ ਹੁੰਦਾ ਸੀ ਕਿ ਪ੍ਰਾਈਵੇਟ ਕੰਪਨੀਆਂ ਬਲਾਈਂਡ ਲੋਕਾਂ ਨੂੰ ਨਹੀਂ ਰਸਤਾ ਦਿੰਦੀਆਂ, ਤੇ ਮੈਂ ਵੈਸੇ ਮੇਰੇ ਕੋਲ ਇੱਕ ਜੌਬ ਤਾਂ ਸੀਗੀ, ਫਿਰ ਵੀ ਮੈਂ ਆਪਣਾ ਰਿਜ਼ਿਊਮੇ ਭੇਜਤਾ ਉੱਥੇ। ਉਹਨਾਂ ਦੀ ਕਾਲ ਆ ਗਈ, ਉੱਥੇ ਇੰਟਰਵਿਊ ਪੈਨਲ ਸੀ 8-10 ਲੋਕਾਂ ਦਾ, ਮੈਂ ਇੰਟਰਵਿਊ ਕਲੀਅਰ ਕਰ ਲਈ, ਯੈਸ ਹੋ ਗਈ। ਤੇ ਮੈਂ ਉੱਥੇ 1.5-2 ਸਾਲ ਕੰਮ ਵੀ ਕੀਤਾ ਐਜ਼ ਮੈਨੇਜਰ, ਕੁਆਲਿਟੀ ਮੈਨੇਜਰ ਦਾ ਕੰਮ ਸੀ ਮੇਰਾ। ਤੇ ਉਹਨਾਂ ਦੀ ਹਰ ਕੁਆਲਿਟੀ ਚੈੱਕ ਕਰਨਾ, ਸਾਰੀ ਕਿਸ ਤਰ੍ਹਾਂ ਸਰਵਿਸਿਜ਼ ਦੇ ਰਹੇ, ਇਸ 'ਤੇ ਮੇਰੀ ਡਿਊਟੀ ਸੀ। ਤੇ ਲੇਕਿਨ ਮੇਰਾ ਸ਼ੁਰੂ ਤੋਂ ਜਿਹੜਾ ਬੈਂਟ ਆਫ ਮਾਈਂਡ ਸੀ ਉਹ ਡਿਸੇਬਿਲਿਟੀ ਫੀਲਡ ਸੀ। 2 ਸਾਲ ਕੰਮ ਕਰਕੇ ਫਿਰ ਮੈਂ ਵਾਪਸ ਸक्षम ਜੁਆਇਨ ਕਰ ਲਿਆ ਐਜ਼ ਡਾਇਰੈਕਟਰ। ਫਿਰ ਆਫਟਰ ਮੈਰਿਜ ਮੈਂ ਜਲੰਧਰ ਸ਼ਿਫਟ ਕਰਕੇ ਫਿਰ सक्षम ਦੀ ਇੱਕ ਸਟੇਟ ਬ੍ਰਾਂਚ सक्षम ਪੰਜਾਬ ਦੇ ਨਾਮ 'ਤੇ ਸ਼ੁਰੂ ਕਰਤੀ, ਤਾਂ ਕਿ ਪੰਜਾਬ ਹਰਿਆਣਾ ਹਿਮਾਚਲ JNK ਤੇ ਹੁਣ ਵੀ ਸਾਡੇ ਨਾਲ ਕਰੀਬ 600-700 ਬੱਚੇ ਸਾਡੇ ਨਾਲ ਜੁੜੇ ਹੋਏ ਹੈ, ਜਿਨ੍ਹਾਂ ਨੂੰ ਅਸੀਂ ਆਪਣੀ ਸਰਵਿਸਿਜ਼ ਸਾਡੇ ਤੋਂ ਫਾਇਦਾ ਲੈ ਰਹੇ ਹਾਂ। ਜੀ ਮੈਂ ਵੀ ਐਡ ਕਰਨਾ ਚਾਹੁੰਦਾ, ਜਦੋਂ ਮੇਰੀ ਇੰਟਰਵਿਊ ਸੀ ਦਿੱਲੀ DAV ਮੈਨੇਜਮੈਂਟ ਵਿੱਚ, ਉੱਥੇ 11 ਕੈਂਡੀਡੇਟ ਸੀਗੇ ਸਰ। ਉਹਦੇ 'ਚ ਅਸੀਂ 2 ਲੋਕਾਂ ਦੀ ਪੋਸਟ ਸੀ ਜੀ ਉੱਥੇ, ਤੇ ਉਹਦੇ 'ਚੋਂ ਮੈਨੂੰ ਵੀ ਰੱਖਿਆ ਗਿਆ। ਉੱਥੇ ਥੋੜ੍ਹੀ ਜਿਹੀ ਡਿਸਕਸ਼ਨ ਹੋਈ ਸੀ ਵੀ ਇਹ ਕਿਸ ਤਰ੍ਹਾਂ ਕਰਨਗੇ ਮੈਨੇਜ, ਇਹ ਬਲਾਈਂਡ ਪਰਸਨ ਹੈ, ਲੜਕੀਆਂ ਦਾ ਕਾਲਜ ਹੈ, ਇਹਨਾਂ ਵਾਸਤੇ ਬੜੀਆਂ ਸਾਰੀਆਂ ਮੁਸ਼ਕਿਲਾਂ ਹੋ ਸਕਦੀਆਂ। ਪਰ ਪਰਮਾਤਮਾ ਦੀ ਕਿਰਪਾ ਸੀ, ਮੇਰੇ ਭਾਗਾਂ 'ਚ ਲਿਖਿਆ ਸੀਗਾ। ਉਹ ਬਾਅਦ 'ਚ ਪ੍ਰਿੰਸੀਪਲ ਸਾਹਿਬ ਤੋਂ ਮੈਡਮ ਕਾਂਤਾ ਸਿੰਘ ਪ੍ਰਿੰਸੀਪਲ ਹੁੰਦੇ ਸੀਗੇ ਜੀ, ਉਹਨਾਂ ਨੇ ਬਾਅਦ ਸ਼ੇਅਰ ਕੀਤਾ, ਕਹਿੰਦੇ ਪ੍ਰੇਮ ਸਾਗਰ ਜਿਹੜਾ ਤੂੰ ਗਰੁੱਪ Song ਸੁਣਾਇਆ ਸੀ ਬੇਟਾ, ਉੱਥੇ ਤੇਰਾ ਲਿਖਿਆ ਸੀ ਆਪਣਾ, ਤੇ ਮੈਨੂੰ ਲੱਗਿਆ ਯੂ ਆਰ ਅ ਟੈਲੈਂਟਡ ਪਰਸਨ, ਯੂਰ ਸਰਫਿਸ। ਮੈਂ ਚਾਹੂੰਗਾ ਇੱਕ ਵਾਰੀ ਉਹ ਗੁਣਗੁਣਾ ਕੇ ਸੁਣਾ ਦਿਓ, ਉਹਦੇ ਨੇ ਜਿਹਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਇੱਕ ਵੱਡਾ ਬਦਲਾਅ ਲੈ ਕੇ ਆਉਂਦਾ ਹੋ। ਸਰ ਜੀ ਮੈਂ ਜ਼ਰੂਰ ਸੁਣਾਉਂਗਾ। ਨੌਜਵਾਨ ਜਾਗੋ ਰੇ, नौजवान जागो रे, देश की सुनो पुकार, ऐशो राम त्यागो रे, जागो रे 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 जागो रे, नौजवान जागो रे जागो रे जागो रे, नौजवान जागो रे जागो रे जागो रे, देश की सुनो पुकार, ऐशो राम त्यागो रे, देश की सुनो पुकार, ऐशो राम त्यागो रे, जागो रे जागो रे
देश की अखंडता है आज खतरे में पड़ी, जात पात प्रांतवाद की पिशाचनी खड़ी, धर्म जाति के आधार पर ये देश बट रहा, हिंद आज दुश्मनों की चाल में फिर फंस रहा। जागो हिंद वासियों, जागो हिंद वासियों, अब जाग जाओ रे, जागो रे। ਇਹ ਗਰੁੱਪ ਸੌਂਗ ਸੀਗਾ ਸਰ। ਬਹੁਤ ਅੱਛਾ ਮੈਮ, ਤੁਹਾਡੇ ਤੋਂ ਮੈਂ ਆਖਰਲਾ ਸਵਾਲ ਪੁੱਛੂੰਗਾ, ਕੋਈ ਗੱਲ ਰਹਿ ਗਈ ਹੋਵੇ ਮਨ ਦੇ ਵਿੱਚ, ਕੋਈ ਵਿਚਾਰ ਰਹਿ ਗਿਆ ਹੋਵੇ ਜਿਹੜਾ ਉਹਨਾਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋਣ, ਜਿਹੜੇ ਲੋਕਾਂ ਦੇ ਵਿੱਚ ਜਾਗਰੂਕਤਾ ਦੀ ਕਮੀ ਹੈ, ਜਿਹੜੇ ਲੋਕ ਇਸ ਗੱਲ ਨੂੰ ਜਦੋਂ ਫੇਸ ਕਰਦੇ ਨੇ ਤਾਂ ਘਬਰਾ ਜਾਂਦੇ ਨੇ, ਜ਼ਿੰਦਗੀ ਤੋਂ ਨਿਰਾਸ਼ ਹੋ ਜਾਂਦੇ ਨੇ, ਕੋਈ ਅਜਿਹਾ ਕੋਈ ਗੱਲ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ? ਬਿਲਕੁਲ, ਮੈਂ ਦੋ ਗੱਲਾਂ ਸਾਂਝੀਆਂ ਕਰਨਾ ਚਾਹੂੰਗੀ। ਇੱਕ ਤਾਂ ਕਦੀ ਵੀ ਕੋਈ ਵੀ ਬੱਚਾ ਅਗਰ ਵਿਜ਼ੂਅਲੀ ਇੰਪੇਅਰਡ ਹੈ, ਬਲਾਈਂਡ ਹੈ, ਨਹੀਂ ਦੇਖ ਸਕਦਾ ਜਾਂ ਕਿਸੇ ਹੋਰ ਕਾਰਨ ਤੋਂ ਪੜ੍ਹਾਈ ਪੁਸਤਕਾਂ ਨਹੀਂ ਪੜ੍ਹ ਸਕਦਾ, ਉਹਨੂੰ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ। ਉਹ ਸਾਨੂੰ ਕੰਟੈਕਟ ਕਰ ਸਕਦਾ ਹੈ ਔਰ ਉਹਨੂੰ ਹਰ ਤਰ੍ਹਾਂ ਦੀ ਅਸੀਂ ਮਦਦ ਦਾਂਗੇ। ਦੂਜੀ ਗੱਲ, ਅੱਜ ਕੋਈ ਵੀ ਡਾਕਟਰਸ, ਇਹ ਅੱਜ ਪੜ੍ਹਾਈ ਬਹੁਤ ਪੋਸੀਬਲ ਹੈ, ਪੜ੍ਹਾਈ ਕਰਨਾ ਬਿਲਕੁਲ ਮੁਸ਼ਕਿਲ ਨਹੀਂ ਹੈ। ਅੱਜ ਉਹ ਬਿਲਕੁਲ ਸੁਸਾਇਟੀ ਨਾਲ ਇੰਟੀਗ੍ਰੇਟ ਹੋ ਕੇ ਆਪਣੀ ਪੜ੍ਹਾਈ ਲਿਖਾਈ ਕਰ ਸਕਦਾ ਹੈ ਔਰ ਉਹ ਬੱਚਾ ਆਪਣਾ ਕਰੀਅਰ ਲੈ ਕੇ ਆਪਣੀ ਲਾਈਫ ਸੈਟਲ ਕਰ ਸਕਦਾ। ਉਹਨੂੰ ਪੂਰਾ ਰਾਈਟ ਹੈ ਆਪਣੀ ਫੈਮਿਲੀ ਲਾਈਫ ਇੰਜੋਏ ਕਰੇ, ਕਿਉਂਕਿ ਹਰ ਬੰਦੇ ਦੇ ਇੱਕ ਮਨ 'ਚ ਹੁੰਦਾ ਹੈ ਕਿ ਮੇਰੀ ਵੀ ਇੱਕ ਫੈਮਿਲੀ ਹੋਣੀ ਚਾਹੀਦੀ ਹੈ ਔਰ ਉਹ ਅਸੀਂ ਆਪਣੀ ਫੈਮਿਲੀ ਲਾਈਫ ਇੰਜੋਏ ਕਰ ਸਕਦੇ ਤੇ ਹੋਰ ਵੀ ਕਰ ਸਕਦੇ ਹੈ। ਸਿਰਫ ਇੱਕੋ ਹੀ ਹੈ, ਉਹਦੇ ਲਈ ਸਾਨੂੰ ਆਪਣੇ ਪੈਰਾਂ 'ਤੇ ਖੜਾ ਹੋਣਾ ਜ਼ਰੂਰੀ ਹੈ। ਪੈਰਾਂ 'ਤੇ ਖੜਾ ਹੋਣ ਲਈ ਅੱਜ ਕੋਈ ਦਿੱਕਤਾਂ ਨਹੀਂ, ਅੱਜ ਬਹੁਤ ਅਪਰਚੁਨਿਟੀਜ਼ ਹੈ। ਮੈਂ ਕਹਿੰਦੀ ਹਾਂ ਕਈ ਵਾਰ ਕਿ ਮੇਰਾ ਜਨਮ ਅੱਜ ਹੁੰਦਾ ਹੁਣ ਤੇ ਪੜ੍ਹਾਈ ਲਿਖਾਈ ਕਰਨਾ ਸਾਨੂੰ ਬਹੁਤ ਆਸਾਨ ਹੁੰਦਾ। ਕਿੱਥੇ ਅਸੀਂ ਕੈਸੇਟਾਂ ਨਾਲ ਕੀਤੀਆਂ, ਜੀ ਕੰਪਿਊਟਰ ਹੋਏ ਤਾਂ ਸਾਡੇ 10 ਲੱਖ ਕਿਤਾਬ ਸਾਡੇ ਹੱਥ 'ਚ ਹੈ। ਮੇਰਾ ਵੀ ਕਰਮਾਨ ਹੈ ਮਨ ਦਾ। ਮੈਂ ਤੁਸੀਂ ਮੈਨੂੰ ਬੜਾ ਵਧੀਆ ਪ੍ਰਸ਼ਨ ਸ਼ੁਰੂ 'ਚ ਕੀਤਾ ਸੀਗਾ ਵੀ ਸਰ ਦਿੱਕਤਾਂ ਕਿਹੜੀਆਂ ਆਈਆਂ ਜ਼ਿੰਦਗੀ 'ਚ, ਹੈ ਨਾ। ਉਹਦਾ ਮੈਂ ਕੁਝ ਆਨਸਰ ਦੇ ਪਾਇਆ ਸੀ, ਉਹਨੂੰ ਮੈਂ ਹੋਰ ਖੋਲ ਕੇ ਦੇਣਾ ਚਾਹੁੰਦਾ। ਕਿਉਂਕਿ ਦੇਖੋ ਸਰ, ਜਿਹੜੀਆਂ ਜਦੋਂ ਤੱਕ ਮੈਂ ਪੜ੍ਹ ਲਿਖ ਰਿਹਾ, ਪੜ੍ਹਨ ਲਿਖਣ 'ਚ ਮੈਨੂੰ ਕੋਈ ਦਿੱਕਤ ਨਹੀਂ ਆਈ ਸਰ। ਨੌਕਰੀ ਲੈਣ ਤੱਕ ਕੋਈ ਦਿੱਕਤ ਨਹੀਂ ਆਈ, ਨੌਕਰੀ ਸੈਟਲ ਹੋ ਗਿਆ ਬਹੁਤ ਅੱਛੇ। ਕਿਉਂਕਿ ਮੈਂ ਚਾਹੁੰਦਾ ਅਨੁਭਵ ਸਭ ਤੋਂ ਵੱਡੀ ਪੂੰਜੀ ਹੈ ਸਰ। ਕਿਤਾਬਾਂ ਅਲੱਗ ਹੈ ਇੱਕ ਜਗ੍ਹਾ 'ਤੇ, ਪਰ ਜਿਹੜੀ ਤਜਰਬੇ ਦੀ ਕਿਤਾਬ ਹੈ ਸਰ, ਉਹ ਐਡੀ ਵੱਡੀ ਚੀਜ਼ ਹੈ ਕਿ ਉਹ ਐਸਾ ਕੁਝ ਦੱਸ ਜਾਏਗੀ ਸਮਾਜ ਨੂੰ ਜਿਹੜਾ ਕਿਤਾਬ 'ਚ ਲਿਖਣ ਨਹੀਂ ਮਿਲੇਗਾ ਸਰ। ਮੈਂ ਅਰਜ਼ ਇਹ ਕਰਨਾ ਚਾਹੁੰਦਾ ਸਾਰੀ ਸੁਸਾਇਟੀ ਨਾਲ, ਜਦੋਂ ਅਸੀਂ ਆਪਣੇ ਪੈਰਾਂ 'ਤੇ ਖੜੇ ਹੋ ਗਏ, ਪੜ੍ਹ ਲਿਖ ਗਏ, ਜੌਬ ਵੀ ਲੱਗ ਗਈ ਸਰ, ਉਸ ਦਿਨ ਇਹ ਤਾਂ ਸਮੱਸਿਆ ਹੱਲ ਹੋ ਹੀ ਗਈ ਕਿ ਸਾਡੀਆਂ ਅੱਖਾਂ ਦੀ ਰੋਸ਼ਨੀ ਵਾਲੀ ਸਮੱਸਿਆ ਖਤਮ ਹੋ ਗਈ। ਪਰ ਇੱਕ ਸਾਈਕੋਲੋਜੀਕਲ ਬਾਰ ਹਮੇਸ਼ਾ ਰਹਿੰਦਾ ਹੈ, ਇੱਕ ਹੀਨ ਭਾਵਨਾ ਕਿਤੇ ਨਾ ਕਿਤੇ ਦਿਲ ਦੇ ਕੋਨੇ 'ਚ ਛਿਪੀ ਰਹਿੰਦੀ ਹੈ, ਉੱਥੋਂ ਵੀ ਬਾਹਰ ਹੋਣਾ ਬਹੁਤ ਜ਼ਰੂਰੀ ਹੈ ਸਰ। ਮੈਂ ਧਰੁਵ ਨੂੰ ਵੀ ਪਰਸੋਂ ਹੀ ਗੱਲ ਸਮਝਾਈ, ਮੈਂ ਕਿਹਾ ਬੇਟੇ ਅੱਜ ਮੇਰਾ ਤੈਨੂੰ ਇੱਕ ਲੈਸਨ ਹੈ, ਹੁਣ ਤੂੰ ਅਗਲੀ ਲਾਈਫ 'ਚ ਐਂਟਰ ਕਰ ਰਿਹਾ, ਆਪਣੇ ਆਪ ਨੂੰ ਕਦੀ ਘੱਟ ਨਹੀਂ ਸਮਝਣਾ। ਅਸੀਂ ਆਪਣੇ ਆਪ ਨੂੰ ਘੱਟ ਹੀ ਸਮਝਦੇ ਰਹਿੰਦੇ ਵੀ ਸਾਡੀ ਅੱਖ ਦੀ ਪ੍ਰੋਬਲਮ ਹੈ, ਚਾਹੇ ਅਸੀਂ PhD ਵੀ ਕਰ ਗਏ। ਇਸ ਚੀਜ਼ ਤੋਂ ਵੀ ਬਾਹਰ ਆਉਣਾ, ਕਿਉਂਕਿ ਸਾਨੂੰ ਸਮਾਜ ਕੇ ਵੀ ਅਪਣਾਉਣ ਨੂੰ ਤਿਆਰ ਹੁੰਦਾ ਹੈ, ਪਰ ਅਸੀਂ ਆਪ ਹੀ ਪਿੱਛੇ ਹੱਥ ਖਿੱਚਦੇ ਹਾਂ ਕਿ ਅਸੀਂ ਇਸ ਕਾਬਲ ਨਹੀਂ ਹੈ। ਤੇ ਮੈਂ ਇਸ਼ਾਰਤਨ ਗੱਲ ਕਰ ਦਿੱਤੀ ਹੈ ਨਾ ਜੀ। ਜੇ ਸਾਨੂੰ ਪੋਜ਼ਿਟਿਵ ਲੋਕ ਦੁਨੀਆ 'ਚ ਅਪਣਾਉਣ ਨੂੰ ਤਿਆਰ ਹੁੰਦੇ ਆ ਤਾਂ ਸਾਨੂੰ ਕਦੀ ਇਨਕਾਰ ਨਹੀਂ ਕਰਨਾ ਚਾਹੀਦਾ ਸਰ। ਅਸੀਂ ਬਰਾਬਰ ਦੇ ਹੱਕਦਾਰ ਸੁਸਾਇਟੀ 'ਚ ਬਣ ਸਕਦੇ ਹਾਂ। ਸਰ ਆਖਰ ਦੇ ਵਿੱਚ ਮੈਂ ਚਾਹੂੰਗਾ ਵੀ ਇੱਕ ਲੋਕ ਗੀਤ ਪੰਜਾਬੀ ਦੇ ਨਾਲ ਅਸੀਂ ਆਪਾਂ ਇਸ ਇੰਟਰਵਿਊ ਨੂੰ ਵਾਈਂਡ ਅਪ ਕਰਾਂਗੇ। ਇੱਕ ਲੋਕ ਗੀਤ ਇੱਕ ਪੰਜਾਬੀ ਦਾ ਜ਼ਰੂਰ ਸੁਣਾ ਦਿਓ, ਕਿਉਂਕਿ ਕੈਨੇਡਾ ਅਮਰੀਕਾ ਦੇ ਵਿੱਚ ਦਰਸ਼ਕ ਜਿਹੜੇ ਬਹੁਤ ਸਾਰੇ ਸਾਡੇ ਪੰਜਾਬੀ ਭਰਾ NRIs ਨੇ ਜਿਹੜੇ ਤੁਹਾਨੂੰ ਦੇਖ ਰਹੇ ਹੋਣਗੇ, ਔਰ ਉਹ ਵੀ ਉਹਨਾਂ ਦੇ ਦਿਲ ਦੀ ਵੀ ਇੱਕ ਇੱਛਾ ਹੋਊਗੀ ਵੀ ਅਸੀਂ ਕੋਈ ਲੋਕ ਗੀਤ ਵੀ ਜ਼ਰੂਰ ਸੁਣੀਏ ਤੁਹਾਡੇ ਤੋਂ। ਕੀ ਬਾਤ ਹੈ ਸਰ, ਮੈਂ ਫਿਰ ਹੁਣ ਇੰਜੋਏਬਲ ਹੀ ਸੁਣਾਉਂਗਾ। ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ, ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾ ਲੰਗ ਮਾਇਆ। ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ, ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾ ਲੰਗ ਮਾਇਆ। ਇੱਕ ਬੰਦ ਸੁਣਾਤਾ, ਹੁਣ ਇੱਕ ਬੰਦ ਹੋਰ ਸੁਣਾ ਦਿੰਦਾ ਜਿਹੜੇ ਮੇਰੇ ਪੰਜਾਬੀ ਵੀਰ ਭੈਣਾਂ ਭਰਾਵਾਂ ਨੂੰ ਬਹੁਤ ਪਸੰਦ ਆਏਗਾ। ਉੱਡਦਾ ਤੇ ਜਾਵੀਂ ਕਾਵਾਂ, ਬੈਂਦੜਾ ਜਾਵੀਂ ਵੇ, ਬੈਂਦੜਾ ਜਾਵੀਂ ਮੇਰੇ ਪੇਕੜੇ। ਉੱਡਦਾ ਤੇ ਜਾਵੀਂ ਕਾਵਾਂ, ਬੈਂਦੜਾ ਜਾਵੀਂ ਵੇ, ਬੈਂਦੜਾ ਜਾਵੀਂ ਮੇਰੇ ਪੇਕੜੇ। ਇੱਕ ਨਾ ਦੱਸੀ ਕਾਵਾਂ ਮਾਂ ਮੇਰੀ ਨੂੰ, ਇੱਕ ਨਾ ਦੱਸੀ ਕਾਵਾਂ ਮਾਂ ਮੇਰੀ ਨੂੰ, ਰੋਊਗੀ
ਗੁੱਡੀਆਂ ਪਟੋਲੇ ਫੋਲ ਕੇ ਮੈਂ ਵਾਰੀ ਜਾਵਾਂ ਰੋਊਗੀ ਗੁੱਡੀਆਂ ਪਟੋਲੇ ਫੋਲ ਕੇ ਉੱਡਦਾ ਤੇ ਜਾਵੀਂ ਕਾਵਾਂ। ਬਹੁਤ ਖੂਬ ਡਾਕਟਰ ਸਾਹਿਬ ਜੀ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਮੈਮ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਹਮਦਰਦ ਟੀਵੀ ਨੂੰ ਸਮਾਂ ਦਿੱਤਾ ਔਰ ਜ਼ਿੰਦਗੀ ਨੂੰ ਸਰ ਕਰਨ ਦੇ ਲਈ ਲੋਕਾਂ ਨੂੰ ਅਜਿਹਾ ਹੌਸਲਾ ਦਿੱਤਾ ਵੀ ਸ਼ਾਇਦ ਮੈਨੂੰ ਲੱਗਦਾ ਜੇ 100 ਦੇ ਵਿੱਚੋਂ 10 ਬੰਦਿਆਂ ਦੀ ਜ਼ਿੰਦਗੀ ਦੇ ਵਿੱਚ ਵੀ ਬਦਲਾਅ ਆਉਂਦਾ ਤਾਂ ਉਹਦਾ ਸਿਹਰਾ ਜਿਹੜਾ ਹੈ ਉਹ ਤੁਹਾਡੇ ਸਿਰ ਤੇ ਹੀ ਜਾਵੇਗਾ, ਕਿਉਂਕਿ ਜਿਸ ਤਰੀਕੇ ਦੇ ਨਾਲ ਤੁਸੀਂ ਕਾਮਯਾਬੀ ਹਾਸਲ ਕੀਤੀ ਹੈ ਹੁਣ ਲੋਕਾਂ ਦੇ ਹੌਸਲੇ ਵੀ ਇਸ ਇੰਟਰਵਿਊ ਤੋਂ ਬਾਅਦ ਸ਼ਾਇਦ ਬੁਲੰਦ ਹੋਣਗੇ। ਸਰ ਅਸੀਂ ਤੁਹਾਡੇ ਵੀ ਬਹੁਤ ਧੰਨਵਾਦੀ ਹਾਂ। ਤੁਹਾਡੇ ਟੀਵੀ ਚੈਨਲ ਦਾ ਨਾਮ ਹੀ ਇੰਨਾ ਪਿਆਰਾ ਹੈ ਕਿ ਦੂਸਰਿਆਂ ਪ੍ਰਤੀ ਦਰਦ ਰੱਖਣਾ, ਤੇ ਅਸੀਂ ਇਸ ਅਰਦਾਸ ਨਾਲ ਆਪਣੀ ਗੱਲ ਖਤਮ ਕਰਦੇ ਹਾਂ ਕਿ ਹੇ ਪਰਮਾਤਮਾ ਜਿਹੜੀ ਸਾਡੀ ਗੱਲਬਾਤ ਹੋਈ ਹੈ ਇਹਦਾ ਪੋਜ਼ਿਟਿਵ ਅਸਰ ਹੋਵੇ ਜੀ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਡਾਕਟਰ ਸਾਗਰ ਜੀ, ਪ੍ਰੇਮ ਸਾਗਰ ਜੀ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਉਹਨਾਂ ਦੇ ਮਿਸਿਜ਼ ਮੈਮ ਦੀਪਿਕਾ ਸੂਦ ਜੀ, ਉਹਨਾਂ ਨੇ ਵੀ ਤੁਹਾਨੂੰ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਜ਼ਿੰਦਗੀ ਦੀਆਂ ਔਕੜਾਂ ਨੂੰ ਉਹਨਾਂ ਨੇ ਹਰਾ ਕੇ ਜ਼ਿੰਦਗੀ ਦੇ ਵਿੱਚ ਜਿੱਤ ਹਾਸਲ ਕਰਕੇ ਅੱਜ ਲੋਕਾਂ ਦੇ ਲਈ ਇੱਕ ਮਿਸਾਲ ਜਿਹੜੀ ਕਾਇਮ ਕੀਤੀ ਆ, ਔਰ ਉਹਨਾਂ ਦੇ ਪੜ੍ਹਾਏ ਹੋਏ ਬੱਚੇ, ਇਹਨਾਂ ਦੇ ਟ੍ਰੇਨਡ ਕੀਤੇ ਹੋਏ ਬੱਚੇ ਕਿਵੇਂ IAS ਕਲੀਅਰ ਕਰ ਗਏ ਨੇ ਬਿਨਾਂ ਅੱਖਾਂ ਦੀ ਰੌਸ਼ਨੀ ਤੋਂ। ਸੋ ਇਸ ਇੰਟਰਵਿਊ ਦਾ ਮੈਨੂੰ ਲੱਗਦਾ ਹੈ ਵੀ ਮੁੱਖ ਮਕਸਦ ਸਾਡਾ ਇਹੀ ਸੀਗਾ ਵੀ ਜਿਹੜੇ ਲੋਕ ਜ਼ਿੰਦਗੀ ਤੋਂ ਨਿਰਾਸ਼ ਹੋ ਜਾਂਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਰੌਸ਼ਨੀ ਲੈ ਕੇ ਆਉਣਾ, ਇੱਕ ਜਿੱਤ ਦੀ ਕਿਰਨ ਲੈ ਕੇ ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਜਿਹੜਾ ਸਲੀਕਾ ਉਹ ਜਿਵੇਂ ਡਾਕਟਰ ਸਾਹਿਬ ਨੇ ਸਿਖਾਇਆ ਉਹ ਤੁਹਾਡੇ ਤੱਕ ਪਹੁੰਚਾਉਣ ਦਾ। ਸੋ ਹੋਰ ਖਬਰਾਂ ਦੇ ਲਈ ਤੁਸੀਂ ਵੀ ਦੇਖਦੇ ਰਹੋ ਹਮਦਰਦ ਟੀਵੀ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਜਲੰਧਰ।